हाँ जी, सत श्री अकाल जी साਰਿਆਂ ਨੂੰ। ਤੇ ਅੱਜ ਜਿਹੜੀ ਵੀਡੀਓ ਆ ਇਹ ਹੈਗੀ ਆ ਇੱਕ ਨਾ ਭਾਜੀ ਆ ਕੈਨੇਡਾ ਤੋਂ, ਹਰਨੇਕ ਸਿੰਘ ਹੈਲਪਲਾਈਨ। ਉਹਨਾਂ ਦਾ ਜਿਹੜਾ ਵਾ ਪੇਜ ਵਾ ਇੰਸਟਾਗ੍ਰਾਮ ਤੇ ਉਹਨਾਂ ਦਾ YouTube ਤੇ ਵੀ ਅਕਾਊਂਟ ਆ, ਟਵਿੱਟਰ ਤੇ ਵੀ ਹੈਗੇ ਆ, ਇੰਸਟਾਗ੍ਰਾਮ ਤੇ ਵੀ, ਤੇ ਫੇਸਬੁੱਕ ਪੇਜ ਵੀ ਹੈਗਾ ਉਹਨਾਂ ਦਾ। ਤੇ ਤਕਰੀਬਨ ਕੋਈ 6-8 ਮਹੀਨੇ ਤੋਂ ਮੈਂ ਉਹਨਾਂ ਨੂੰ ਫੋਲੋ ਕਰਦਾ ਵਾਂ। ਤੇ ਉਹਨਾਂ ਨੇ ਅੱਜ ਇੱਕ ਪੋਸਟ ਪਾਈ ਆ ਕਿ ਜਿਹੜੀ ਉਹ ਹੈਲਪਲਾਈਨ ਉਹ ਬੰਦ ਕਰ ਰਹੇ ਆ। ਤੇ ਹੈਲਪਲਾਈਨ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਉਹ ਕੀ ਕਰਦੇ ਆ ਨਾ। ਜਿਹੜੀ ਹੈਲਪਲਾਈਨ ਆ ਉਹਦੇ ਵਿੱਚ ਰਹਿੰਦੇ ਉਹ ਕੈਨੇਡਾ 'ਚ 1993 ਤੋਂ, ਯਾਨੀ 1993 ਤੋਂ ਕੈਨੇਡਾ 'ਚ ਰਹਿੰਦੇ। ਜਦੋਂ ਅਸੀਂ ਜੰਮੇ ਵੀ ਨਹੀਂ ਸੀ ਉਦੋਂ ਤੋਂ ਕੈਨੇਡਾ 'ਚ ਰਹਿੰਦੇ ਆ, ਤੇ ਉਦੋਂ ਤੋਂ ਉਹ ਹੈਲਪਲਾਈਨ ਜਿਹੜੀ ਚੱਲਦੀ ਪਈ ਆ। ਤੇ ਉਹਦੇ ਵਿੱਚ ਇੱਦਾਂ ਕਿ ਉਹ ਕੈਨੇਡਾ ਦੇ ਵਿੱਚ ਸਟੂਡੈਂਟ ਦੀ ਬਹੁਤ ਹੈਲਪ ਕਰਦੇ ਸੀ। ਹੋਰ ਕੰਟਰੀਆਂ ਦੇ ਵਿੱਚ ਜਿੱਥੇ ਵੀ ਕੋਈ ਉਹਨਾਂ ਨੂੰ ਦੱਸਦਾ ਸੀ ਜਾਂ ਹੈਲਪ ਮੰਗਦਾ ਸੀ ਉਹ ਕਰਦੇ ਸੀ। ਈਵਨ ਅਰਬ ਕੰਟਰੀਆਂ ਦੇ ਵਿੱਚੋਂ ਬਹੁਤ ਕੁੜੀਆਂ ਜਿਹੜੀਆਂ ਉਹਨਾਂ ਨੇ ਕਢਾਈਆਂ ਉੱਥੋਂ, ਮਤਲਬ ਕਿ ਜਿਹੜੀਆਂ ਆਪਣੇ ਗਲਤ ਏਜੰਟਾਂ ਨੇ ਫਸਾਤੀਆਂ ਸੀਗੀਆਂ ਅਰਬੀਆਂ ਦੇ ਕੋਲ, ਜਾਂ ਜਿਨ੍ਹਾਂ ਦਾ ਸ਼ੋਸ਼ਣ ਹੁੰਦਾ ਸੀਗਾ, ਜਾਂ ਮੁੰਡਿਆਂ ਦਾ, ਜਾਂ ਜਿੱਦਾਂ ਵੀ ਲਾ ਲਓ, ਪੂਰੇ ਮਤਲਬ ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਸੀਗਾ। ਤੇ ਬਹੁਤ ਹੈਲਪ ਕੀਤੀ। ਫਿਰ ਇੰਡੀਆ ਦੇ ਵਿੱਚ ਗਰੀਬਾਂ ਦੇ ਘਰ ਬਣਾ ਦਿੰਦੇ ਸੀ ਉਹ, ਗਰੀਬਾਂ ਦੀ ਹੈਲਪ, ਕਿਸੇ ਦਾ ਇਲਾਜ ਕਰਾਉਣਾ ਵਾ, ਸੋ ਇੱਦਾਂ ਦੀਆਂ ਚੀਜ਼ਾਂ ਉਹ ਕਰਦੇ ਸੀਗੇ। ਤੇ ਉਹਨਾਂ ਨੇ ਆਪਣਾ ਜਿਹੜਾ ਇਹ ਜਿਹੜੀ ਹੈਲਪਲਾਈਨ ਉਹ ਬੰਦ ਕਰ ਦਿੱਤੀ ਆ, ਨੰਬਰ ਵੀ ਚੇਂਜ ਕਰ ਦਿੱਤਾ। ਹੁਣ ਬਹੁਤਿਆਂ ਨੂੰ ਪਤਾ ਨਹੀਂ ਹੋਣਾ ਕਿ ਕੌਣ ਸੀਗਾ ਉਹ। ਡਿਸਕ੍ਰਿਪਸ਼ਨ ਵਿੱਚ ਲਿੰਕ ਮਿਲੂਗਾ ਤੁਹਾਨੂੰ ਉਹਨਾਂ ਦੇ ਪੇਜ ਦਾ, YouTube ਦਾ ਲਿੰਕ ਵੀ ਮੈਂ ਪਾਊਂਗਾ, ਤੇ ਉਹਨਾਂ ਦੀ ਜਿਹੜੀ ਫੇਸਬੁੱਕ ਪੇਜ ਆ ਉਹਦਾ ਲਿੰਕ ਪਾਊਂਗਾ। ਤੇ ਉਹਦੇ 'ਚ ਤੁਸੀਂ ਪੜ੍ਹਿਓ। ਇੱਕ ਬਹੁਤ ਵੱਡੀ ਪੋਸਟ ਲਿਖੀ ਆ ਭਾਜੀ ਨੇ, ਤੇ ਉਹ ਤੁਸੀਂ ਪੜ੍ਹਿਓ। ਪੜ੍ਹ ਕੇ ਤੁਹਾਨੂੰ ਪਤਾ ਲੱਗੂਗਾ ਕਿ ਹਰਨੇਕ ਸਿੰਘ ਮਤਲਬ ਜਿਹੜੀ ਹੈਲਪਲਾਈਨ ਆ ਉਹ ਕੌਣ ਸੀਗੇ, ਹਰਨੇਕ ਸਿੰਘ। ਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ। ਬਹੁਤਿਆਂ ਨੂੰ ਨਹੀਂ ਪਤਾ ਹੋਣਾ। ਰਮਾਨੀਆਂ ਵਿੱਚ ਵੀ ਕੁਝ ਕੁ ਲੋਕਾਂ ਨੂੰ ਪਤਾ ਵਾ। ਮੇਰੀ 8 ਤੋਂ 10 ਮਹੀਨੇ ਪਹਿਲਾਂ ਉਹਨਾਂ ਨਾਲ ਗੱਲ ਹੋਈ ਸੀ, ਮੈਂ ਵੀ ਨਹੀਂ ਸੀ ਜਾਣਦਾ ਉਹਨਾਂ ਨੂੰ ਕਿ ਹਰਨੇਕ ਸਿੰਘ ਹਾਂਜੀ ਕੌਣ ਆ। ਉਹਨਾਂ ਇੱਦਾਂ ਹੀ ਗਾਂਹ ਤੋਂ ਗਾਂਹ ਇੱਥੇ ਇੱਕ ਮੁੰਡਾ ਜਿਹਦੀ ਡੈਥ ਹੋਈ ਸੀ, ਪ੍ਰਗਟ ਸਿੰਘ, ਜਿਹੜਾ ਸੰਗਰੂਰ ਏਰੀਏ ਤੋਂ ਸੀਗਾ, ਜਿਹਨੇ ਸੁਸਾਈਡ ਕਰ ਲਈ ਸੀਗੀ, ਹੈ ਨਾ। ਉਹ ਡਿਪਰੈਸ਼ਨ 'ਚ ਚੱਲ ਗਿਆ ਸੀ, ਡਿਪਰੈਸ਼ਨ ਦਾ ਮਰੀਜ਼ ਸੀਗਾ। ਤੇ ਉਸ ਟਾਈਮ ਭਾਜੀ ਨੇ ਸਾਡੇ ਨਾਲ ਕੰਟੈਕਟ ਕੀਤਾ ਸੀ। ਅਸੀਂ ਟਵਿੱਟਰ 'ਤੇ, ਫੇਸਬੁੱਕ 'ਤੇ ਮਤਲਬ ਇੰਸਟਾਗ੍ਰਾਮ 'ਤੇ, YouTube 'ਤੇ ਅਸੀਂ ਬਹੁਤ ਵੀਡੀਓ ਪਾਈਆਂ ਸੀਗੀਆਂ। ਸਾਡੀ ਕੋਈ ਸੁਣਦਾ ਨਹੀਂ ਸੀ। ਉਹਦੀ ਡੈੱਡ ਬੋਡੀ ਇੰਡੀਆ ਪਹੁੰਚਾਉਣੀ ਸੀਗੀ, ਤੇ ਪੈਸੇ ਦਾ ਅਰੇਂਜ ਹੁੰਦਾ ਪਿਆ ਸੀ। ਐਮਬੈਸੀ ਸਾਡੀ ਕੋਈ ਬਾਂਹ ਨਹੀਂ ਸੀ ਫੜਦੀ। ਤੇ ਉਸ ਟਾਈਮ ਹਰਨੇਕ ਸਿੰਘ ਭਾਜੀ ਨੇ ਸਾਡੇ ਨਾਲ ਕੰਟੈਕਟ ਕੀਤਾ ਸੀ, ਬਹੁਤ ਹੈਲਪ ਕੀਤੀ। ਤੇ ਇੱਕ ਵੀਰ ਹੋਰ ਸੀਗੇ UK ਤੋਂ, ਇੰਗਲੈਂਡ ਦੀ, ਉਹ ਪੁਲਿਸ ਦੇ ਵਿੱਚ ਹੈਗੇ ਸੀ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ। ਉਹ ਸ਼ਾਇਦ ਰਮਾਨੀਆ ਦੀ ਕੁੜੀ ਨਾਲ ਉਹਦੀ ਮੈਰਿਜ ਹੋਈ ਸੀਗੀ, ਤੇ ਰਮਾਨੀਆ ਰਹਿ ਕੇ ਗਏ ਸੀਗੇ। ਤੇ ਉਹ ਬਹੁਤ ਪਸੰਦ ਕਰਦੇ ਸੀਗੇ ਰਮਾਨੀਆ ਵਾਲੇ ਲੋਕਾਂ ਨੂੰ, ਜਾਂ ਇੱਦਾਂ ਦੀ ਹੈਲਪ ਕਰਨ ਦੇ ਵਿੱਚ ਸੀਗੇ ਬਹੁਤ ਉਹ, ਹੈ ਨਾ। ਉਹਦਾ ਮਤਲਬ ਉਹਨਾਂ ਨੂੰ ਵਧੀਆ ਲੱਗਦਾ ਸੀਗਾ। ਉਹਨਾਂ ਨਾਲ ਵੀ ਮੇਰੀ ਘੰਟਾ ਗੱਲ ਹੁੰਦੀ ਰਹਿੰਦੀ ਸੀਗੀ। ਇਹਨਾਂ ਨੇ ਸਾਡੀ ਬਹੁਤ ਸਪੋਰਟ ਕੀਤੀ, ਤੇ ਡੈਡ ਬੋਡੀ ਜਿਹੜੀ ਇੰਡੀਆ ਪਹੁੰਚਾਈ, ਬੜੀ ਹੈਲਪ ਹੋਈ। ਉਦੋਂ ਤੋਂ ਫਿਰ ਮੈਂ ਫੋਲੋ ਕਰਨਾ ਸ਼ੁਰੂ ਕੀਤਾ ਸੀ ਭਾਜੀ ਨੂੰ। ਭਾਜੀ ਦਾ ਨੰਬਰ ਵੀ ਮੇਰੇ ਕੋਲ ਹੈਗਾ ਵਾ। ਤੇ ਅੱਜ ਮੈਂ ਪੋਸਟ ਪੜ੍ਹੀ ਉਹਨਾਂ ਦੀ, ਤੇ ਉਹਦੇ 'ਚ ਲਿਖਿਆ ਕਿ ਇੱਦਾਂ ਉਹ ਬੰਦ ਕਰ ਰਹੇ ਆ, ਕਿਉਂਕਿ ਲੋਕ ਹੇਟ ਬਹੁਤ ਕਰਦੇ ਆ। ਹੁਣ ਜਿਹੜਾ ਬੰਦਾ ਇੰਨੇ ਲੌਂਗ ਟਾਈਮ ਤੋਂ ਹੈ ਨਾ ਕੰਮ ਕਰ ਰਿਹਾ, ਤੇ ਆਪਣੇ ਜਿਹੜੇ ਬੰਦੇ ਆ, ਜਿਹੜੇ ਪੰਜਾਬੀ ਆ, ਬਹੁਤ ਲੱਤਾਂ ਖਿੱਚਦੇ ਆ। ਚਾਹੇ ਤੁਸੀਂ ਚੰਗਾ ਕੰਮ ਕਰੋ, ਚਾਹੇ ਤੁਸੀਂ ਮਾੜਾ ਕਰੋ, ਇਹਨਾਂ ਨੇ ਮਾੜਾ ਕਹਿਣਾ ਹੀ ਕਹਿਣਾ ਹੁੰਦਾ ਵਾ। ਤੇ ਲੋਕਾਂ ਨੇ ਇਹਨੂੰ ਬਹੁਤ ਪਰੇਸ਼ਾਨ ਕੀਤਾ, ਤੰਗ ਕਰਦੇ ਆ ਕਿ ਇਹ ਬੰਦਾ ਪੈਸੇ ਖਾਂਦਾ ਵਾ ਇਸ ਹੈਲਪਲਾਈਨ ਦੇ ਨਾਂ 'ਤੇ, ਜਾਂ ਇਹ ਕੈਨੇਡਾ ਵਿੱਚ LMI ਵੇਚਦਾ ਵਾ, ਜਾਂ ਇਹ ਵੀਜ਼ੇ ਵੇਚਦਾ ਵਾ ਦੁਬਈ ਤੋਂ, ਜਾਂ ਕਿੱਦਾਂ ਵੀ, ਹੈ ਨਾ। ਤੇ ਫਿਰ ਉਹਨਾਂ ਨੇ ਥੋੜ੍ਹਾ ਡਿਸਾਈਡ ਕੀਤਾ ਕਿ ਪਰਮਾਨੈਂਟਲੀ ਇਹ ਬੰਦ ਕਰ ਰਹੇ ਆ। ਪਹਿਲੋਂ ਤਾਂ ਵੀ ਭਾਜੀ ਨੂੰ ਸਾਡੀ ਰਿਕੁਐਸਟ ਆ ਕਿ ਅਸੀਂ ਤੁਹਾਡੇ ਨਾਲ ਹਾਂ, ਜਿੱਦਾਂ ਵੀ ਤੁਸੀਂ ਕਹੋਗੇ ਅਸੀਂ, ਹੈ ਨਾ, ਉੱਦਾਂ ਤੁਹਾਡੇ ਨਾਲ ਖੜ੍ਹੇ ਹਾਂ। ਤੇ ਜਦੋਂ ਸਾਡੀ ਲੋੜ ਹੋਵੇ ਤੇ ਅਸੀਂ ਹਾਜ਼ਰ ਹਾਂ। ਕਿਉਂਕਿ ਜਦੋਂ ਤੱਕ ਤੁਸੀਂ ਬੰਦੇ ਨਾਲ ਗੱਲ ਨਹੀਂ ਕਰਦੇ, ਜਾਂ ਬੰਦੇ ਨਾਲ ਵਿਚਰਦੇ ਨਹੀਂ, ਉਦੋਂ ਤੱਕ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਬੰਦਾ ਕਿਹੋ ਜਿਹਾ। ਫੋਟੋ ਦੇਖ ਕੇ ਜਾਂ ਕੋਈ ਵੀਡੀਓ ਦੇਖ ਕੇ ਜਾਂ ਕਿਸੇ ਕੋਲੋਂ ਸੁਣ ਕੇ ਨਹੀਂ ਜੱਜ ਕਰੀਦਾ ਹੁੰਦਾ ਕਿ ਬੰਦਾ ਮਤਲਬ ਕਿੱਥੇ ਕੁ ਸਟੈਂਡ ਕਰਦਾ ਵਾ। ਜਿੰਨਾ ਕੁ ਮੇਰੇ ਕੋਲ ਹੁੰਦਾ ਵਾ ਮੈਂ ਕਰਦਾ ਹੁੰਦਾ ਵਾ। ਤੇ ਇੱਦਾਂ ਦੇ ਬਹੁਤ ਲੋਕ ਆ ਜਿਹੜੇ ਤੁਹਾਡੀਆਂ, ਹੈ ਨਾ, ਲੱਤਾਂ ਖਿੱਚਦੇ। ਪਰ ਪਹਿਲੋਂ ਮੈਂ ਪ੍ਰਵਾਹ ਕਰਦਾ ਸੀਗਾ, ਹੈ ਨਾ, ਕਿ ਯਾਰ ਇਹ ਲੋਕ ਮੈਸੇਜਾਂ ਵਿੱਚ ਗਾਲਾਂ ਕੱਢ ਦਿੰਦੇ ਆ,
ਇੰਸਟਾਗ੍ਰਾਮ 'ਤੇ ਗਾਲਾਂ ਕੱਢਣ ਦੇ, ਟਿਕਟੋਕ ਦੇ। ਅਤੇ ਮੇਰੀ ਆਦਤ ਇਹ ਸੀਗੀ ਕਿ ਜਿਹੜਾ ਮੈਨੂੰ ਬੈਡ ਕਮੈਂਟ ਕਰਦਾ ਸੀ ਮੈਂ ਉਹਨੂੰ ਉਹ ਤੋਂ ਵੱਡਾ ਬੈਡ ਕਮੈਂਟ ਕਰਦਾ ਸੀਗਾ। ਜਿੱਦਾਂ ਮਤਲਬ ਮੈਨੂੰ ਕੋਈ ਗਾਲ ਕੱਢਦਾ ਸੀ ਮੈਂ ਕੱਢਦਾ ਸੀਗਾ। ਅਤੇ ਉਹ ਫਿਰ ਬਹੁਤ ਸਾਰੇ ਬੰਦੇ ਜਿਹੜੇ ਨਾਲ ਜੁੜਦੇ ਗਏ, ਜਿਹੜੇ ਸੀਨੀਅਰ ਸੀਗੇ ਹਨ, ਅਤੇ ਉਹਨਾਂ ਨੇ ਗਾਈਡ ਕਰਨਾ ਜਾਂ ਉਹਨਾਂ ਦੀਆਂ ਗੱਲਾਂ ਸੁਣਨੀਆਂ, ਜਾਂ ਮੈਂ ਬਹੁਤਿਆਂ ਬਾਰੇ ਪੜ੍ਹਨਾ ਇਸ ਚੀਜ਼ ਬਾਰੇ। ਮਤਲਬ ਮੈਂ ਹੁਣ ਪੜ੍ਹਨ ਦਾ ਵੀ ਥੋੜ੍ਹਾ ਜਿਹਾ ਹੈ ਨਾ ਰੱਖਦਾ ਵਾਂ, ਮੈਂ ਗੂਗਲ 'ਤੇ ਪੜ੍ਹਦਾ ਵੀ ਹਾਂ, ਪੋਸਟਾਂ ਵਗੈਰਾ ਉੱਦਾਂ ਵੀ ਜਿੱਦਾਂ। ਅਤੇ ਉਹ ਫਿਰ ਹੌਲੀ ਹੌਲੀ ਸਿੱਖਿਆ ਯਾਰ ਜੇ ਆਪਾਂ ਇਹੋ ਜਿਹੇ ਹੈ ਨਾ ਇਹਨਾਂ ਦੇ ਜਵਾਬ ਦੇਣ 'ਤੇ ਲੱਗੇ ਰਹੇ ਅਤੇ ਫਿਰ ਆਪਾਂ ਆਪਣਾ ਕੰਮ ਨਹੀਂ ਕਰ ਸਕਦੇ। ਸੋ ਇੱਥੇ ਰਮਾਨੀਆ ਦੇ ਵਿੱਚ ਕੀ ਚੱਲਦਾ ਵਾ, ਇੱਥੇ ਕੋਈ ਦੂਸਰਾ ਬੰਦਾ ਨਹੀਂ ਬੇਈਮਾਨੀ ਕਰਦਾ। ਮਤਲਬ ਰਮਾਨੀ ਹੋ ਗਿਆ ਜਾਂ ਯੂਰਪ ਦੇ ਹੋਰ ਬੰਦੇ ਹੈਗੇ ਨਹੀਂ ਬੇਈਮਾਨੀ ਕਰਦੇ, ਪਰ ਸਾਡੇ ਜਿਹੜੇ ਲੋਕ ਹਨ ਇਹਨਾਂ ਨੇ ਸਿਖਾ ਦਿੱਤੀ ਇਹਨਾਂ ਨੂੰ ਬੇਈਮਾਨੀ ਕਰਨੀ। ਜਿਹੜੀ ਏਜੰਟੀ ਆ ਇੱਥੇ ਇਹ ਤਾਂ ਬਹੁਤ ਸਸਤਾ ਸੀਗਾ ਮੁਲਕ। ਜਦੋਂ ਅਸੀਂ ਆਏ ਸੀਗੇ 2 ਲੱਖ ਰੁਪਏ ਦੇ ਵਿੱਚ ਬੰਦਾ ਆ ਜਾਂਦਾ ਸੀਗਾ, ਜਿਹਦੇ ਵਿੱਚ ਜਿਹੜਾ ਗੁਜ਼ਾਰਾ ਹੋ ਜਾਂਦਾ ਸੀ। ਏਜੰਸੀਆਂ ਵਾਲੇ ਵੀ ਪੈਸੇ ਲੈ ਲੈਂਦੇ ਸੀ, ਮਾੜੇ ਮੋਟੇ ਜਿਹੜੇ ਇੰਡੀਆ ਦੀਆਂ ਏਜੰਸੀਆਂ ਉਹ ਵੀ ਲੈ ਲੈਂਦੇ ਸੀਗੇ। ਇਹਨਾਂ ਨੇ ਕੀ ਕੀਤਾ, ਸਾਡੇ ਬੰਦਿਆਂ ਨੇ ਬਹੁਤ ਮਹਿੰਗਾ ਕਰ ਦਿੱਤਾ ਇਹਨੂੰ, ਬੇਈਮਾਨੀ ਬੜੀ ਵਧਾ ਦਿੱਤੀ ਹੈ ਇੱਥੇ। ਮੇਰੇ ਤੋਂ ਪਹਿਲਾਂ ਵੀ 2-3 YouTube ਵਾਲੇ ਸੀਗੇ, ਉਹ ਬੋਲਦੇ ਸੀਗੇ ਹੈ ਨਾ, ਅਤੇ ਕਿਸੇ ਨੇ ਏਜੰਟਾਂ ਬਾਰੇ ਕਹੀ ਜਾਣਾ ਕਿ ਆਹ ਏਜੰਟ ਚੰਗਾ ਨਹੀਂ ਆ ਜਾਂ ਆਹ ਮਾੜਾ ਨਹੀਂ ਆ, ਕਿਸੇ ਨੇ ਕੰਪਨੀਆਂ ਬਾਰੇ ਕਹੀ ਜਾਣਾ, ਅਤੇ ਕਿਸੇ ਨੇ ਮਤਲਬ ਬੜਾ ਕੁਛ ਇੱਦਾਂ ਦਾ ਕਰਨਾ ਹੈ ਨਾ। ਉਹੀ ਬੰਦੇ ਜਦੋਂ ਲੱਗਾ ਪਤਾ ਕਿ ਨਹੀਂ ਇਸ ਕੰਮ 'ਚ ਫਾਇਦਾ ਨਹੀਂ ਹੈਗਾ, ਕਿ ਪੈਸੇ ਕਮਾਉਣੇ ਆ ਤਾਂ ਆਹ ਕੰਮ ਕਰਨਾ ਚਾਹੀਦਾ, ਉਹਨਾਂ ਨੇ ਛੱਡੀਆਂ ਕੰਪਨੀਆਂ ਸਾਰਾ ਕੁਛ। ਏਜੰਟ ਬਣ ਕੇ ਬਹਿ ਗਏ ਅਤੇ ਅੱਜ ਕੱਲ੍ਹ ਲੱਖਾਂ ਦੀਆਂ ਗੱਲਾਂ ਕਰਦੇ ਆ। ਮੇਰੇ ਨਾਲ ਕੰਮ ਕਰਦੇ ਸੀਗੇ, ਮਤਲਬ ਅਸੀਂ ਇਕੱਠੇ ਗੱਲਬਾਤ ਸਾਡੀ ਹੁੰਦੀ ਸੀ। ਪਰ ਮੇਰੀ ਜਿਹੜੀ ਆਦਤ ਇੱਦਾਂ ਦੀ ਆ, ਮੈਨੂੰ ਜਦੋਂ ਪਤਾ ਲੱਗ ਜਾਂਦਾ ਕਿ ਯਾਰ ਇਹ ਬੇਈਮਾਨੀ ਜੀ ਕਰੀ ਜਾਂਦਾ ਹੈ ਨਾ ਲੋਕਾਂ ਨਾਲ ਜਾਂ ਕਿੱਦਾਂ ਦਾ, ਹੁਣ ਮੇਰੀ ਆਦਤ ਜਿੱਦਾਂ ਮਤਲਬ ਬਣੀ ਜਾਂਦੀ ਆ ਜਾਂ ਹੋ ਗਈ ਇੱਦਾਂ ਦੀ ਆਦਤ, ਤਾਂ ਮੈਂ ਉਸ ਬੰਦੇ ਨੂੰ ਛੱਡ ਦਿੰਦਾ, ਮੈਂ ਪਿੱਛੇ ਹਟ ਜਾਂਦਾ ਹੁੰਦਾ ਉਸ ਬੰਦੇ ਨੂੰ। ਅਤੇ ਮੈਂ ਉਸ ਬੰਦੇ ਨਾਲ ਗੱਲ ਵੀ ਨਹੀਂ ਕਰਦਾ ਹੈਗਾ ਜਿਹੜਾ ਬੰਦਾ ਆਪਾਂ ਨੂੰ ਚੰਗਾ ਨਹੀਂ ਲੱਗਦਾ। ਅਤੇ ਫਿਰ ਮੈਂ ਪਿੱਛੇ ਜਿਹਾ ਹਟ ਗਿਆ ਉਸ ਬੰਦੇ ਤੋਂ, ਅਤੇ ਉਹਨਾਂ ਬੰਦਾ ਨੇ ਏਜੰਟੀਆਂ ਸ਼ੁਰੂ ਕਰਤੀਆਂ ਇੱਥੇ, ਬੜੇ ਫਸਾਏ ਆ ਲਿਆ ਕੇ ਬੰਦੇ। ਅਸਲ ਦੇ ਵਿੱਚ ਏਜੰਟੀ ਦਾ ਪਤਾ ਕਿੱਦਾਂ ਵਾ, ਜਿਹੜੇ ਏਜੰਟ ਹੁੰਦੇ ਆ, ਜੇ ਮੰਨ ਲਓ ਕਿ ਤੁਸੀਂ ਧਾਰ ਹੀ ਲਿਆ ਕੇ ਦੁਨੀਆ ਹੀ ਲੁੱਟਣੀ ਆ, ਦੁਨੀਆ ਵੀ ਕਾਹਦੀ ਲੁੱਟਣੀ, ਆਪਣਿਆਂ ਨੂੰ ਲੁੱਟਣਾ ਵਾ, ਘਰ ਹੀ ਲੁੱਟਣਾ ਵਾ ਆਪਣਾ ਆਪ ਹੀ। ਅਤੇ ਇਸ ਚੀਜ਼ 'ਚ ਬਹੁਤ ਪੈਸਾ। ਕੁਛ ਨਾ ਕਰੋ ਤੁਸੀਂ, ਜੇ ਤੁਹਾਨੂੰ ਕੁਛ ਵੀ ਨਹੀਂ ਆਉਂਦਾ ਜਾਂ ਤੁਸੀਂ ਕੰਮ ਕਰਕੇ ਨਹੀਂ ਰਾਜੀ ਜਾਂ ਤੁਸੀਂ ਕੰਮ ਨਹੀਂ ਕਰ ਸਕਦੇ, ਤੁਸੀਂ ਕੁਛ ਨਾ ਕਰੋ, ਤੁਸੀਂ ਏਜੰਟ ਬਣ ਜਾਓ। ਉਹਦੇ ਵਾਸਤੇ ਕੁਛ ਨਹੀਂ ਚਾਹੀਦਾ, ਤੁਸੀਂ ਪੜ੍ਹੇ ਲਿਖੇ ਆ ਜਾਂ ਨਹੀਂ ਪੜ੍ਹੇ ਲਿਖੇ, ਡਸ ਨੋਟ ਮੈਟਰ, ਕੁਛ ਨਹੀਂ, ਇਹੋ ਜਿਹਾ ਕੁਛ ਮੈਟਰ ਨਹੀਂ ਕਰਦਾ ਹੈਗਾ। ਇਹੀ ਚੀਜ਼ ਦਾ ਬੰਦੇ ਫਾਇਦਾ ਲੈਣ ਡਏ ਆ। ਕਈਆਂ ਨੇ ਇੱਥੇ ਏਜੰਟੀ ਸਰੋਂ ਹੱਟੀਆਂ ਪਾਈਆਂ, ਨਹੀਂ ਚੱਲੀਆਂ। ਬੇਈਮਾਨੀ ਦੀ ਜਿਹੜੀ ਬੇਈਮਾਨੀ ਦਾ ਪੈਸਾ ਨਾ, ਉਹਦੀ ਪਾਈ ਬਣਾਈ ਚੀਜ਼ ਨਹੀਂ ਚੱਲਦੀ ਖੜਦੀ ਹੈਗੀ। ਉਹ ਬਣਾਈਆਂ ਨਹੀਂ ਚੱਲੀਆਂ ਅਤੇ ਬੰਦ ਕਰ ਦਿੱਤੀਆਂ, ਬੰਦਾ ਫਿਰ ਉੱਥੇ ਆ ਗਿਆ। ਕਈ ਆਪਣਾ ਕਰੈਕਟਰ ਸੁਧਾਰਨ ਵਾਸਤੇ ਉਹ YouTube 'ਤੇ ਬੋਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿ ਮੈਂ ਐਂ ਆ, ਮੈਂ ਉਹ ਆ, ਜਿੱਦਾਂ ਵੀ ਹੈ ਨਾ। ਅਤੇ ਕਈ ਜਿਹੜੇ YouTube 'ਤੇ ਸੀ ਉਹ ਹਟ ਕੇ ਉਹ ਏਜੰਟੀ ਵੱਲ ਹੋ ਗਏ। ਮਤਲਬ ਲੋਕ ਆਪਣੇ ਬੰਦਿਆਂ ਨੂੰ ਪੈਸਾ ਮੁੱਖ ਆ, ਹੋਰ ਕੁਛ ਨਹੀਂ ਆ, ਬਸ ਪੈਸਾ ਕਮਾਉਣਾ। ਅਤੇ ਸਭ ਨੂੰ ਜ਼ਿਆਦਾ ਇੱਜ਼ਤ ਵੀ ਇਹਨਾਂ ਦੀ ਹੁੰਦੀ ਹੈ, ਜਿਹੜੇ ਏਜੰਟ ਵਗੈਰਾ ਹੁੰਦੇ ਨਾ, ਹਾਂਜੀ 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 ਕਰਦੇ ਫਿਰਦੇ ਲੋਕ। ਅਤੇ ਇੰਡੀਆ ਦੇ ਵਿੱਚ ਅਤੇ ਪੰਜਾਬ ਵਿੱਚ ਏਜੰਟਾਂ ਨੇ ਆਪਣਾ ਹੀ ਲੋਅ ਬਣਾਇਆ ਇੱਕ, ਕਿ ਅਸੀਂ ਚਾਹੇ ਬੰਦਾ ਮਾਰ ਦਈਏ ਬਾਹਰ ਲੈ ਜਾ ਕੇ, ਜਾਂ ਬਾਹਰ ਜਾਂਦਾ ਹੋਇਆ ਜਾਂ ਡੌਂਕੀ ਲਵਾ ਕੇ, ਸਾਡੇ 'ਤੇ ਕੋਈ ਐਕਸ਼ਨ ਨਹੀਂ ਹੋਊਗਾ। ਇਹ ਮਤਲਬ ਆਪਣੇ ਮੂੰਹ ਕਹਿੰਦੇ ਏਜੰਟ, ਮੈਂ ਬੜੇ ਬੰਦਿਆਂ ਕੋਲ ਸੁਣਿਆ, ਅਤੇ ਹੁੰਦਾ ਵੀ ਇੱਦਾਂ ਵਾ। ਇੱਥੇ ਸਰਬੀਆ ਦੇ ਵਿੱਚ ਇੱਕ ਮੁੰਡਾ ਪਿਛਲੀ 25 ਤਰੀਕ ਦਾ ਗੁੰਮ ਹੋਇਆ, ਅਜੇ ਤੱਕ ਲੱਭਾ ਨਹੀਂ ਆ। ਜਿਸ ਏਜੰਟ ਨੇ ਇੰਡੀਆ ਤੋਂ ਭੇਜਿਆ ਵਾ ਉਹਦਾ ਵੀ ਕੱਖ ਨਹੀਂ ਕੀਤਾ ਉਹਨਾਂ ਨੇ, ਜਿਹੜਾ ਸਰਬੀਆ ਤੋਂ ਜਿਹਨੇ ਤੋਰਿਆ ਉਹਦਾ ਵੀ ਕੱਖ ਨਹੀਂ ਕੀਤਾ ਉਹਨਾਂ ਨੇ। ਇਹ ਆ ਮਾੜੀ ਜਿਹੀ ਉੱਤੇ ਰਿਪੋਰਟ ਕਰਾਤੀ, ਅਤੇ ਉਹ ਪੁਲਿਸ ਨੇ ਫੜ ਕੇ ਉਹਨੂੰ ਛੱਡ ਦਿੱਤਾ, ਅਤੇ ਮੁੰਡਾ ਹਜੇ ਤਾਈਂ ਨਹੀਂ ਲੱਭਿਆ। ਹੁਣ ਪਤਾ ਨਹੀਂ ਉਹਦਾ ਮੁੰਡੇ ਦਾ ਕੀ ਬਣਿਆ, ਹੈਗਾ ਵੀ ਆ ਜਾਂ ਨਹੀਂ ਹੈਗਾ, ਜਾਂ ਕੀ ਹੋਇਆ ਵਾ। ਸੋ ਇੱਦਾਂ ਦੇ ਬੜੇ ਜਿਹੜੇ ਹੈ ਨਾ ਕੇਸ ਆ ਇੱਥੇ। ਹੁਣ ਜੇ ਮੈਂ ਆਪਣੀ ਗੱਲ ਹੀ ਕਰਾਂ, ਅਤੇ ਤਕਰੀਬਨ ਮੈਸੇਜਾਂ ਦੇ ਵਿੱਚ ਲੋਕ ਗਾਲਾਂ ਹੀ ਕੱਢਦੇ ਕਿ ਸਾਲਾ ਰਿਪਲਾਈ ਨਹੀਂ ਕਰਦਾ ਵਾ, ਇਹ ਆ ਉਹ ਆ। ਤੁਸੀਂ ਇਹ ਸੋਚ ਕੇ ਦੇਖੋ ਕਿ ਪਹਿਲਾਂ ਸਵੇਰੇ 6 ਤੋਂ ਸ਼ਾਮੀ 6 ਵਜੇ ਤੱਕ ਸਾਡੀ ਡਿਊਟੀ ਹੁੰਦੀ ਹੈ, ਮੈਂ ਕੰਮ ਕਰਦਾ। ਉਹ ਤੋਂ ਬਾਅਦ 'ਚ ਆ ਕੇ ਮੈਂ ਇਕੱਲਾ ਰਹਿੰਦਾ, ਮਤਲਬ ਮੈਂ ਆਪਣੀ ਕੰਪਨੀ ਦੇ ਵਿੱਚ ਨਹੀਂ ਰਹਿੰਦਾ ਜਿੱਥੇ ਸਾਰੇ ਵਰਕਰ ਰੱਖੇ, ਮੈਂ ਉੱਥੇ ਨਹੀਂ ਰਹਿੰਦਾ, ਮੈਂ ਅਲੱਗ ਰਹਿੰਦਾ। ਫਿਰ ਰੋਟੀ ਪਾਣੀ ਦਾ ਕਰਨਾ ਹੁੰਦਾ, ਉਸ ਤੋਂ ਬਾਅਦ 'ਚ ਫਿਰ ਘਰਦਿਆਂ ਨੂੰ ਟਾਈਮ ਦੇਣਾ ਹੁੰਦਾ, ਫੋਨ ਵਗੈਰਾ ਸਾਰਾ ਕੁਛ ਕਰਨਾ ਹੁੰਦਾ, ਫਿਰ ਖਾਣਾ ਰੋਟੀ ਪਾਣੀ ਬਣਾਉਣਾ ਹੁੰਦਾ। ਸੋ ਹੋਰ ਕਈ ਕੰਮ ਹੁੰਦੇ ਆ, ਮਤਲਬ ਕਿ ਰਾਤ ਦੇ 10-11 ਜਿਹੜੇ ਵੱਜ ਜਾਂਦੇ ਆ, ਸਵੇਰ ਨੂੰ 5 ਵਜੇ ਫਿਰ ਉੱਠਣਾ ਹੁੰਦਾ। ਅਤੇ
ਫਿਰ ਵੀ ਲੋਕ ਕਹਿੰਦੇ ਕਿ ਸਾਲਾ ਰਿਪਲਾਈ ਨਹੀਂ ਕਰਦਾ ਜਾਂ ਇਹ ਆ ਉਹ ਆ। ਸੋ ਪਹਿਲੀ ਗੱਲ ਤਾਂ ਜਿੱਦਾਂ ਯਾਰ ਮੈਂ ਆਪਦਾ ਕੰਮ ਕਰਦਾ ਵਾਂ, ਹੁਣ ਬਹੁਤਿਆਂ ਨੂੰ ਇਹ ਆ ਕਿ ਇਹ ਲੱਗਦਾ ਹੈ ਕਿ YouTube ਤੋਂ ਹੀ ਖਾਂਦਾ ਹੈ ਨਾ। YouTube ਦਾ ਕੁਛ ਨਹੀਂ ਹੈਗਾ। ਜਿੰਨੇ ਕੁ YouTube ਤੋਂ ਬਣਦੇ ਆ ਨਾ, ਮਤਲਬ ਇੱਕ ਮਹੀਨੇ 'ਚ, ਉਹ ਸਭ ਮੇਰੀ ਇੱਕ ਮਤਲਬ ਕਿ ਅੱਧੇ ਦਿਨ ਦੀ ਦਿਹਾੜੀ ਆ। ਤੁਸੀਂ ਸੋਚ ਲਓ ਵੀ ਕਿੰਨੇ ਕੁ ਹੈ ਨਾ, ਜਿੰਨੇ ਕੁ YouTube ਤੋਂ ਬਣਦੇ। ਜੇ ਮੈਂ ਕੰਮ ਕਰਨ ਜਾਂਦਾ ਵਾਂ ਤਾਂ ਮੇਰੀ ਅੱਧੇ ਦਿਨ ਦੀ ਦਿਹਾੜੀ ਹੁੰਦੀ ਆ। YouTube ਤੋਂ ਮੈਨੂੰ ਕੋਈ ਪੈਸਾ ਧੇਲਾ ਨਹੀਂ ਆਉਂਦਾ ਹੈਗਾ। ਐਵੇਂ ਹੈ ਨਾ, ਮੈਂ ਕਹੀ ਜਾਵਾਂ ਬਹੁਤਿਆਂ ਦੇ ਦਿਮਾਗ 'ਚ ਇਹ ਹੋਣਾ ਪਤਾ ਨਹੀਂ ਕਿੰਨੇ ਕੁ ਰੁਪਈਏ ਕਮਾਈ ਜਾਂਦਾ। ਮੈਂ ਆਪ ਬਹੁਤ ਕੰਮ ਕਰਦਾ ਵਾਂ। ਅਤੇ ਬਾਕੀ ਜੇ ਮੈਂ ਹੁਣ ਜਿਨ੍ਹਾਂ ਨਾਲ ਮੈਂ ਰਹਿੰਦਾ ਨਾ, ਜਿਹੜੇ ਮੇਰੇ ਨਾਲ ਕੰਮ ਕਰਦੇ ਆ, ਉਹ ਇੰਨੀ ਕੁ ਹੇਟ ਕਰਦੇ ਆ ਨਾ ਮੇਰੇ ਤੋਂ, ਜਿਨ੍ਹਾਂ ਨਾਲ ਅਸੀਂ ਇੱਕੋ ਥਾਲ 'ਚ ਰੋਟੀ ਖਾਂਦੇ ਰਹੇ ਆ ਜਾਂ ਕਿੱਦਾਂ। ਅਤੇ ਉਹਨਾਂ ਨੂੰ ਇੱਦਾਂ ਹੋ ਗਿਆ ਵੀ ਪਤਾ ਨਹੀਂ ਇਹ ਕਿੱਡਾ ਕੁ ਹੈ ਨਾ ਤਗੜਾ ਬਿਜ਼ਨਸ ਕਰੀ ਜਾਂਦਾ ਜਾਂ ਕੰਮ ਕਰੀ ਜਾਂਦਾ ਵਾ, ਪਤਾ ਨਹੀਂ ਕਿੰਨੇ ਕੁ ਪੈਸੇ ਕਮਾਈ ਜਾਂਦਾ ਵਾ। ਉਹ ਸਾਲੇ ਮੈਨੂੰ ਬੋਲਣੋਂ ਹੀ ਹਟ ਗਏ। ਤਕਰੀਬਨ 100 ਤੋਂ 150 ਬੰਦਾ ਮੇਰੀ ਕੰਪਨੀ ਦੇ ਵਿੱਚ, ਅਤੇ ਉਹਦੇ ਵਿੱਚ ਕੋਈ 10-12 ਨਾਲ ਹੀ ਮੇਰਾ ਹੋਣਾ ਬੋਲ ਚਾਲ। ਕਈਆਂ ਨੂੰ ਮੈਂ ਨਹੀਂ ਪਸੰਦ ਕਰਦਾ, ਮਤਲਬ ਕਿ ਤੁਸੀਂ ਐਵੇਂ ਕਿਸੇ ਦੀਆਂ ਲੱਤਾਂ ਖਿੱਚੀ ਜਾਣੀਆਂ ਇੱਦਾਂ ਦਾ। ਅਤੇ ਮੇਰੀ ਆਦਤ ਆ ਕਿ ਮੈਂ ਉਹਨਾਂ ਬੰਦਿਆਂ ਨੂੰ ਮੂੰਹ ਨਹੀਂ ਲਾਉਂਦਾ, ਅਤੇ ਕਈ ਮੈਨੂੰ ਨਹੀਂ ਚੰਗਾ ਸਮਝਦੇ। ਹੁਣ ਜਦੋਂ ਤੱਕ ਤੁਸੀਂ ਗੱਲ ਨਹੀਂ ਕਰਦੇ ਹੈ ਨਾ, ਦੇਖ ਕੇ ਮੈਂ ਜਾਂ ਤੁਸੀਂ ਜੱਜ ਨਹੀਂ ਕਰ ਸਕਦੇ ਕਿ ਬੰਦਾ ਕਿੱਦਾਂ ਦਾ ਹੋਊਗਾ। ਜਦੋਂ ਤੱਕ ਤੁਸੀਂ ਉਸ ਬੰਦੇ ਨਾਲ ਗੱਲ ਨਹੀਂ ਕਰਦੇ, ਠੀਕ ਆ, ਉਹਦੀ ਸੋਚ ਨੂੰ ਨਹੀਂ ਦੇਖਦੇ, ਉਦੋਂ ਤੱਕ ਤੁਸੀਂ ਮਤਲਬ ਨਹੀਂ ਜੱਜ ਕਰ ਸਕਦੇ। ਹੁਣ ਇੱਥੇ ਦੇਖੋ ਦੇਖੀ ਬੰਦੇ ਕਰੀ ਜਾਂਦੇ ਆ, ਇਹ ਤਾਂ ਯਾਰ ਬੇਵਕੂਫ ਬੰਦਾ ਵਾ, ਇਹ ਇੱਦਾਂ ਵਾ, ਇਹ ਉੱਦਾਂ ਵਾ, ਇਹ ਕਿਸੇ ਦੀ ਹੈਲਪ ਨਹੀਂ ਕਰਦਾ, ਇਹ ਵੋ। ਅਤੇ ਤਕਰੀਬਨ ਮੇਰੇ ਸਰਕਲ ਦੇ ਵਿੱਚ ਇਹੀ ਚੱਲਦਾ ਵਾ, ਇਹੀ ਮਤਲਬ ਲੋਕਾਂ ਦੀ ਸੋਚ ਬਣੀ ਆ। ਜਿਨ੍ਹਾਂ ਦਾ ਵੀ ਕੀਤਾ ਵਾ, ਮੈਂ ਕਦੀ ਕਿਹਾ ਨਹੀਂ ਹੈਗਾ ਯਾਰ ਮੈਂ ਉਹਦਾ ਕਰਤਾ, ਮੈਂ ਇਹਦਾ ਕਰਤਾ। ਮੈਨੂੰ ਆਦਤ ਨਹੀਂ ਹੈ ਨਾ ਸੁਣਾਉਣ ਦੀ ਕਿ ਮੈਂ ਇਹਦਾ ਆਹ ਕੀਤਾ, ਮੈਂ ਉਹਦਾ ਉਹ ਕੀਤਾ। ਅੱਜ ਤੱਕ ਮੈਂ ਕਿਸੇ ਨੂੰ ਕਿਹਾ ਨਹੀਂ ਹੈਗਾ ਕਿ ਮੈਂ ਇੰਨੇ ਬੰਦਾ ਇਹਦਾ ਆਹ ਕਰਤਾ। ਜੋ ਵੀ ਮੈਂ ਕਰਦਾ ਵਾਂ, ਜਿਸ ਬੰਦੇ ਦਾ ਵੀ ਕਰਦਾ ਮੈਂ ਉਹਦੇ ਨਾਲ ਹੀ ਹੁੰਦਾ ਵਾਂ, ਠੀਕ ਆ। ਮੇਰੀ ਉਹਦੇ ਨਾਲ ਹੀ ਹੁੰਦੀ, ਮੇਰੀ ਦੂਜੇ ਨਾਲ ਨਹੀਂ ਹੁੰਦੀ। ਮੈਂ ਮਤਲਬ ਉਹਦੇ ਦੋਸਤ ਨੂੰ ਨਹੀਂ ਕਦੀ ਇਹ ਕਿਹਾ ਕਿ ਮੈਂ ਤੇਰੇ ਬੰਦੇ ਦਾ ਆਹ ਕੰਮ ਕਰਵਾਇਆ ਜਾਂ ਉਹਦੀ ਹੈਲਪ ਕੀਤੀ ਹੈ। ਸੋ ਇਹ ਮੇਰੀ ਆਦਤ ਆ। ਪਰ ਫਿਰ ਵੀ ਲੋਕਾਂ ਨੂੰ ਇਹ ਹੁੰਦਾ ਨਾ ਕਿ ਯਾਰ ਪਤਾ ਨਹੀਂ ਕਿੰਨੇ ਕਿਤੇ ਕੋਲ ਪੈਸੇ ਆ। ਹੁਣ ਜਿਹੜੇ ਮੇਰੇ ਨਾਲ ਰਹਿੰਦੇ ਆ ਨਾ, ਜਿੱਥੇ ਮੈਂ ਕੰਮ ਕਰਦਾ, ਅਤੇ ਉਹਨਾਂ ਨੂੰ ਇਹ ਆ ਕਿ ਯਾਰ ਉਹ ਵਿੱਚ ਹੁਣ ਇੱਦਾਂ ਦੀ ਅਫਵਾਹ ਵਾ, ਮਤਲਬ ਇਹਨਾਂ ਨੇ ਆਪ ਹੀ ਰੌਲਾ ਪਾਇਆ ਕਿ ਇਹਨੇ ਤਾਂ ਏਜੰਸੀ ਖੋਲ੍ਹੀ ਆ ਇੱਥੇ, ਵੀ ਇਹ ਮੇਨ ਮਾਲਕ ਏਜੰਸੀ ਦਾ, ਮੂਹਰੇ ਬੰਦੇ ਰੱਖੇ ਆ, ਵੀ ਇਹ ਬੰਦੇ ਇੱਧਰ ਉੱਧਰ ਕਰਦਾ ਵਾ, ਜਦ ਕਿ ਇੱਦਾਂ ਦਾ ਕੁਛ ਹੈ ਹੀ ਨਹੀਂ ਆ। ਹੁਣ ਮੈਂ ਲਾਸਟ ਟਾਈਮ ਮੈਂ ਇੰਡੀਆ ਗਿਆ ਸੀ, ਉਹ ਤੋਂ ਬਾਅਦ ਮੈਂ ਵਾਪਸ ਆਇਆ, ਅਤੇ ਮੇਰੇ ਕੋਲ 3-4 ਦਿਨ ਹੈਗੇ ਸੀਗੇ, ਅਤੇ ਮੈਂ ਘੁੰਮਣ ਚੱਲ ਗਿਆ, ਪੁਰਤਗਾਲ ਵਗੈਰਾ, ਫਰਾਂਸ, ਸਪੇਨ ਹੈ ਨਾ, ਇੱਧਰ ਆਸਟ੍ਰੇਲੀਆ, ਤੁਸੀਂ ਦੇਖਣ ਡਿਆ ਵੀਡੀਓ। ਅਤੇ ਹੁਣ ਉਸ ਚੀਜ਼ ਨੂੰ ਦੇਖ ਕੇ ਇਹਨਾਂ ਨੇ ਇੰਨਾ ਕੁ ਨਾ ਤੰਗ ਕਰਨਾ ਸ਼ੁਰੂ ਕਰ ਦਿੱਤਾ, ਜਿੰਨੇ ਵੀ ਬੰਦੇ ਆ। ਮਤਲਬ ਕਿ ਸਾਡਾ ਜਿਹੜੀ ਮੇਰੀ ਕੰਪਨੀ ਆ, ਉਹਦੇ ਵਿੱਚ ਤਕਰੀਬਨ ਕੋਈ 10 ਤੋਂ 15 ਬੰਦੇ ਗਏ ਆ। ਕਿਉਂਕਿ ਮੈਂ ਤੁਹਾਨੂੰ ਦੱਸਦਾ ਹੁੰਦਾ, ਮੈਂ ਹੁਣ ਵੀ ਕਹਿੰਦਾ, ਮੈਂ ਇਨ ਫਿਊਚਰ ਵੀ ਕਹੂੰਗਾ, ਹਾਂ ਲਓ ਬਦਲ ਜਾਣ ਤਾਂ ਵੱਖਰੀ ਗੱਲ ਆ। ਜੇ ਤੁਸੀਂ ਰੋਮਾਨੀਆ, ਬਲਗਾਰੀਆ, ਕ੍ਰੋਏਸ਼ੀਆ, ਸਾਈਪ੍ਰਸ ਤੋਂ ਵੀਜ਼ਾ ਲੈਣਾ, ਤੁਹਾਨੂੰ NOC ਚਾਹੀਦੀ ਆ, ਠੀਕ ਆ। ਜੇ ਤੁਸੀਂ ਵਰਕ ਪਰਮਿਟ 'ਤੇ ਹੋ, ਜੇ ਤੁਸੀਂ ਸਟੂਡੈਂਟ ਹੋ, ਤੁਹਾਨੂੰ ਯੂਨੀਵਰਸਿਟੀ ਦਾ ਪੇਪਰ ਚਾਹੀਦਾ। ਅਤੇ ਇਹ ਚੀਜ਼ਾਂ ਮੈਂ ਹੁਣ ਵੀ ਕਹਿੰਦਾ, ਮੈਂ ਇਹਦੇ ਵਿੱਚੋਂ ਇਹ ਨਹੀਂ ਕਹਿੰਦਾ ਕਿ ਮੈਂ ਨਹੀਂ ਕਹਿੰਦਾ, ਪਰ ਉਹਨਾਂ ਨੂੰ ਇਹ ਲੱਗਦਾ ਕਿ ਇਹਨੂੰ ਕੰਪਨੀ ਨੇ ਪੇਪਰ ਦੇ ਦਿੱਤੇ, ਸਾਨੂੰ ਨਹੀਂ ਦਿੱਤੇ। ਅਤੇ ਮੇਰੀਆਂ ਬਹੁਤ ਸਾਰੀਆਂ ਕੰਪਲੇਂਟਾਂ ਹੋਈਆਂ ਮੈਨੂੰ, ਤਕਰੀਬਨ ਮੈਂ ਹਜੇ ਵੀ ਮੈਨੂੰ ਤੰਗ ਕਰਦੇ ਆ ਇਸ ਗੱਲ ਨੂੰ। ਤਕਰੀਬਨ 10-15 ਦਿਨ ਹੋ ਗਏ ਆ, 20 ਦਿਨ। ਅਤੇ ਇੰਨਾ ਕੁ ਮੈਨੂੰ ਉਹਨਾਂ ਨੇ ਟਾਈਟ ਕੀਤਾ ਵਾ, ਕਿਸੇ ਇੰਜੀਨੀਅਰ ਨਾਲ ਗੱਲ, ਕਿਸੇ HR ਨਾਲ, ਕਿਸੇ ਨਾਲ। ਅਤੇ ਉਹ ਫਿਰ ਮੈਨੂੰ ਮਤਲਬ ਤੀਜੇ ਦਿਨ ਮੈਨੂੰ ਸੱਦਿਆ ਹੁੰਦਾ ਆਫਿਸ ਦੇ ਵਿੱਚ, ਚੌਥੇ ਦਿਨ ਹੀ ਮੇਰੀ ਕੰਪਲੇਂਟ ਹੋ ਜਾਂਦੀ ਆ। ਇੱਦਾਂ ਦੇ ਇੱਥੇ ਹਾਲਾਤ ਕਰਤੇ ਆ ਲੋਕਾਂ ਨੇ, ਜਦ ਕਿ ਇਹਨਾਂ ਨੂੰ ਇਹ ਨਹੀਂ ਬਹੁਤਿਆਂ ਨੂੰ ਪਤਾ। ਹੁਣ ਜਿੰਨਾ ਕੁ ਤੁਸੀਂ ਸੁਣਦੇ ਆ ਤੁਹਾਨੂੰ ਉਹੀ ਪਤਾ ਵਾ। ਹੁਣ ਮੈਂ ਤੁਹਾਨੂੰ ਦੱਸਤਾ ਕਿ NOC ਚਾਹੀਦੀ, ਇੰਸ਼ੋਰੈਂਸ, ਟਿਕਟ, ਹੋਟਲ ਬੁਕਿੰਗ ਚਾਹੀਦੀ ਹੈ। ਤੁਸੀਂ ਇਹੀ ਸੁਣਿਆ ਅਤੇ ਤੁਹਾਨੂੰ ਇੰਨਾ ਕੀ ਪਤਾ ਵਾ। ਮਤਲਬ ਇਹ ਤੋਂ ਇਲਾਵਾ ਵੀ ਕੁਝ ਸੋਰਸ ਹੈਗੇ ਆ ਕਿ ਤੁਸੀਂ ਜੇ ਇੱਥੋਂ ਕਿਸੇ ਹੋਰ ਕੰਟਰੀ 'ਚ ਟਰੈਵਲ ਕਰਨਾ, ਤੁਸੀਂ ਬਹੁਤ ਸੋਰਸ ਆ, ਬੜੇ ਤਰੀਕੇ ਆ, ਬੜੀਆਂ ਹੋਰ ਰਿਕੁਆਇਰਮੈਂਟਾਂ, ਜੇ ਤੁਸੀਂ ਉਹ ਪੂਰੀਆਂ ਕਰ ਦਿਓ ਤੁਸੀਂ ਜਾ ਸਕਦੇ ਹੋ। ਤੁਹਾਡੇ ਕੋਲ ਕਾਰ, ਤੁਸੀਂ ਜਾ ਸਕਦੇ ਹੋ, ਉਹ 'ਚ 2-4 ਪੇਪਰ ਹੋਰ ਤੁਹਾਨੂੰ ਚਾਹੀਦੇ ਆ। ਤੁਹਾਡੇ ਨਾਂ 'ਤੇ ਕੰਪਨੀ ਰਜਿਸਟਰ, ਤੁਸੀਂ ਜਾ ਸਕਦੇ ਆ। ਫਿਰ ਤੁਹਾਡਾ ਕੋਈ ਰਿਸ਼ਤੇਦਾਰ ਜਿਹੜਾ ਜਿੱਥੇ ਤੁਸੀਂ ਜਾਣਾ ਉੱਥੇ ਕੋਈ PR ਆ, ਜਾਂ ਉਹਦੇ ਕੋਲ ਪਾਸਪੋਰਟ ਜਾਂ ਕੁਛ ਵੀ ਆ,
ਜੇ ਤੁਹਾਡੀ ਉਹ ਸਪੋਰਟ ਕਰਦਾ ਤੁਸੀਂ ਜਾ ਸਕਦੇ। ਇੱਦਾਂ ਦੀਆਂ ਬੜੀਆਂ ਚੀਜ਼ਾਂ, ਪਰ ਸਾਡੇ ਲੋਕਾਂ ਨੂੰ ਇਹ ਆ ਕਿ ਨਹੀਂ ਇਹੀ ਚੀਜ਼ ਆ, ਕਿਉਂਕਿ ਜ਼ਿਆਦਾਤਰ ਮੈਂ ਰਿਸ਼ਤੇਦਾਰਾਂ ਨਾਲ ਨਹੀਂ ਮੇਰੀ ਹੈਗੀ ਕੋਈ ਏਡੀ ਵਧੀਆ ਬੌਂਡਿੰਗ, ਅਤੇ ਨਾ ਹੀ ਆਪਾਂ ਕਦੀ ਕਿਸੇ ਨੂੰ ਕਿਹਾ ਵਾ, ਅਤੇ ਨਾ ਹੀ ਲੋੜ ਪਵੇ ਹੈ ਨਾ, ਅਤੇ ਨਾ ਹੀ ਪੈਣੀ ਆ ਮੈਨੂੰ ਲੱਗਦਾ। ਇਸ ਕਰਕੇ ਬਥੇਰੇ ਤੁਰੇ ਫਿਰਦੇ ਆ ਯੂਰਪ ਦੇ ਵਿੱਚ ਸਾਡੇ ਵੀ ਰਿਲੇਟਿਵ, ਪਰ ਮੈਂ ਕਿਸੇ ਨੂੰ ਨਹੀਂ, ਆਪਣਾ ਹੈ ਹੀ ਨਹੀਂ ਕਿਸੇ ਨਾਲ ਕੋਈ। ਇਸ ਕਰਕੇ ਮੈਂ ਆਪਣੇ ਸਿਰ 'ਤੇ ਹੀ ਹਾਂ ਹੈ ਨਾ, ਜੋ ਵੀ ਆ ਜਿੱਦਾਂ ਵੀ ਆ। ਹਾਂ, ਇੱਕ ਵਧੀਆ ਸਰਕਲ ਹੋਣਾ ਤੁਹਾਡਾ ਬਹੁਤ ਜ਼ਰੂਰੀ ਆ, ਉਹ 'ਚ ਤੁਹਾਡੇ ਫਰੈਂਡ ਹੋਣੇ ਜ਼ਰੂਰੀ ਆ। ਮੈਂ ਜਿਹੜੀ ਚੀਜ਼ ਅੱਜ ਤੱਕ ਸੋਚੀ ਆ ਨਾ, ਜਾਂ ਜਿੰਨਾ ਕੁ ਮੈਂ ਮਿਲਿਆ ਵਾ, ਜਿਹੜੇ ਮੇਰੇ ਫਰੈਂਡ ਸਰਕਲ ਆ ਮੇਰੀ, ਉਹਨਾਂ ਨੇ ਬਹੁਤ ਸਪੋਰਟ ਕੀਤੀ ਆ, ਅਤੇ ਮੈਨੂੰ ਬਹੁਤ ਵਧੀਆ ਬੰਦੇ ਜਿਹੜੇ ਮਿਲੇ ਆ, ਅਤੇ ਮੈਂ ਬੜੇ ਵਧੀਆ ਬੰਦਿਆਂ ਨਾਲ ਜਿਹੜੀ ਰਹਿਣ ਦੀ ਕੋਸ਼ਿਸ਼ ਕਰਦਾ ਵਾਂ। ਕਿਉਂਕਿ ਪਹਿਲੋਂ ਸੀਗੀ ਇੱਕ ਉਮਰ, ਉਦੋਂ ਫੁੱਦੂ ਫੜਾਕ ਬੰਦਿਆਂ ਨਾਲ ਆਪਾਂ ਰਹੀਦਾ ਸੀ, ਕਦੇ ਇਹਦੇ ਪਿੱਛੇ ਤੁਰ ਕੇ, ਕਦੀ ਉਹਦੇ ਪਿੱਛੇ, ਕਦੀ ਆਪਣਾ ਸਿਰ ਪੜਵਾ ਲਿਆ, ਕਦੀ ਉਹਨਾਂ ਦਾ ਹੈ ਨਾ। ਉਹ ਚੀਜ਼ਾਂ ਮੈਂ ਛੱਡਦੀਆਂ, ਕਿਉਂਕਿ ਇੱਕ ਸਿਆਣੇ ਬੰਦੇ ਜਿਹੜੇ ਪੜ੍ਹੇ ਲਿਖੇ ਆ, ਜਿਹਨਾਂ ਨੂੰ ਨੌਲੇਜ ਆ ਬਿਜ਼ਨਸ ਟਾਈਪ ਜਾਂ ਕਿੱਦਾਂ ਵੀ ਆ, ਫਿਰ ਉਹਨਾਂ ਨਾਲ ਰਹਿਣਾ ਸ਼ੁਰੂ ਕੀਤਾ, ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, ਫਿਰ ਉਹਨਾਂ ਦੀਆਂ ਸੁਣਨੀਆਂ, ਅਤੇ ਉਹ ਇਸ ਚੀਜ਼ ਤੋਂ ਫਿਰ ਮੈਨੂੰ ਥੋੜ੍ਹਾ ਜਿਹਾ ਲੱਗਾ ਕਿ ਯਾਰ ਹਾਂ ਆਪਾਂ ਤਾਂ ਐਵੇਂ ਹੈ ਨਾ ਇੱਧਰ ਉੱਧਰ ਹੀ ਤੁਰੇ ਫਿਰਦੇ ਹਾਂ। ਸੋ ਇੱਦਾਂ ਦੀਆਂ ਚੀਜ਼ਾਂ ਕਰਕੇ ਹੁਣ ਪਿੱਛੇ ਹਟਿਆ ਮੈਂ, ਸਰਕਲ ਜਿਹੜਾ ਛੋਟਾ ਕੀਤਾ, ਅਤੇ ਇਹੋ ਜਿਹੇ ਬੰਦੇ ਜਿਹੜੇ ਬੰਦੇ ਮੇਰੇ ਘਰੇ ਆ ਗਏ, ਮੇਰੇ ਕੋਲ ਹੀ ਡਰਿੰਕ, ਮੇਰੀ ਸ਼ਰਾਬ ਪੀ ਕੇ ਅਤੇ ਮੇਰਾ ਹੀ ਕੰਮ ਖਰਾਬ ਕਰਕੇ ਗਏ। ਸੋ ਇੱਦਾਂ ਦੇ ਬੰਦੇ ਮੈਂ ਬੜੇ ਛੱਡੇ ਆ, ਜਿਹੜੇ ਮੇਰੇ ਨਾਲ ਰਹਿੰਦੇ ਰਹੇ ਆ। ਮਤਲਬ ਇਸ ਗੱਲ 'ਚ ਇਹ ਨਹੀਂ ਹੈ ਕਿ ਵੀ ਮੈਂ ਨਹੀਂ ਚੰਗਾ, ਹੋ ਸਕਦਾ ਉਹਨਾਂ ਨੂੰ ਮੈਂ ਵੀ ਨਾ ਚੰਗਾ ਲੱਗਦਾ ਹਾਂ, ਠੀਕ ਆ, ਉਹ ਉਹਨਾਂ ਦੀ ਥਿੰਕਿੰਗ, ਪਰ ਜਿਹੜਾ ਮੈਨੂੰ ਨਹੀਂ ਚੰਗਾ ਲੱਗਦਾ ਆਪਾਂ ਉਹ ਤੋਂ ਪਿੱਛੇ ਹਟ ਗਏ। ਬਹੁਤ ਬੰਦੇ ਇੱਦਾਂ ਦੇ ਆ, ਪਰ ਇਹ ਨਹੀਂ ਆ ਕਿ ਕਿਸੇ ਤੋਂ ਦਿਲੋਂ ਕਿਸੇ ਨਾਲ ਖਾਰ ਖਾਈਏ ਜਾਂ ਕਿਸੇ ਦਾ ਨਹੀਂ ਸੋਚੀਏ। ਮੈਂ ਉਹਨਾਂ ਦਾ ਵੀ ਸੋਚਦਾ ਹੁੰਦਾ ਕਿ ਯਾਰ ਵੀ ਹੋਣਾ ਚਾਹੀਦਾ ਇਹਨਾਂ ਦਾ ਵੀ, ਪਰ ਜੇ ਤੁਸੀਂ ਅਗਲੇ ਨੂੰ ਚੰਗਾ ਨਹੀਂ ਗਿਣਦੇ ਹੈ ਨਾ, ਅਤੇ ਫਿਰ ਉਹ 'ਚ ਤੁਹਾਡਾ ਨਹੀਂ ਕਸੂਰ ਹੈਗਾ। ਸੋ ਇੱਦਾਂ ਦੀਆਂ ਚੀਜ਼ਾਂ ਵਾ, ਅਤੇ ਇਸ ਕਰਕੇ ਜੇ ਤੁਸੀਂ ਚੰਗਾ ਕਰੋਗੇ, ਤੁਹਾਨੂੰ ਹੇਟ ਤਾਂ ਤੁਹਾਨੂੰ ਹੋਣੀ ਹੇਟ ਤਾਂ ਲੋਕਾਂ ਨੇ ਤੁਹਾਨੂੰ ਕਰਨੀ ਆ। ਅਤੇ ਕੋਸ਼ਿਸ਼ ਕਰੋ ਆਪਣਾ ਜਿਹੜਾ ਸਰਕਲ ਉਹ ਸਹੀ ਰੱਖੋ, ਮਤਲਬ ਕਿ ਜਿਹੜੇ ਇੱਦਾਂ ਦੇ ਬੰਦੇ ਉਹਨਾਂ ਤੋਂ ਦੂਰ ਰਹੋ। ਉਹਦੇ ਵਿੱਚ ਤੁਹਾਨੂੰ ਇਹ ਹੁੰਦਾ, ਤੁਹਾਨੂੰ ਪ੍ਰੋਪਰ ਜਿਹੜੀ ਚੀਜ਼ ਤੁਸੀਂ ਕਰਨੀ ਚਾਹੁੰਦੇ ਆ ਉਹ 'ਤੇ ਤੁਹਾਡਾ ਫੋਕਸ ਹੁੰਦਾ, ਤੁਹਾਨੂੰ ਸੋਚਣ ਸਮਝਣ ਦੀ ਟਾਈਮ ਮਿਲਦਾ ਵਾ, ਉਸ ਚੀਜ਼ 'ਤੇ ਤੁਸੀਂ ਕੰਮ ਕਰ ਸਕਦੇ ਹੋ। ਸੋ ਜੇ ਤੁਸੀਂ ਇਹੋ ਜਿਹੇ ਬੰਦਿਆਂ 'ਚ ਰਹਿ ਗਏ, ਕਦੀ ਇੱਧਰ ਨੂੰ ਕਦੀ ਉੱਧਰ ਨੂੰ, ਜਾਂ ਉੱਦਾਂ ਹੀ ਹੈ ਨਾ, ਮਤਲਬ ਚਿੱਲ ਵੀ ਚਾਹੀਦਾ, ਵੀ ਸਾਰਾ ਕੁਛ ਚਾਹੀਦਾ, ਪਰ ਇਹੋ ਜਿਹੇ ਬੰਦਿਆਂ ਨੂੰ ਪਲੀਜ਼ ਦੂਰ ਰੱਖੋ। ਜਿੰਨਾ ਸਰਕਲ ਤੁਹਾਡਾ ਵਧੀਆ ਹੋਊਗਾ, ਤੁਸੀਂ ਉਨੀ ਛੇਤੀ ਗਰੋ ਕਰੋਗੇ। ਅਤੇ ਇਹ ਨਹੀਂ ਆ ਕਿ ਜੇ ਮਤਲਬ ਤੁਹਾਨੂੰ ਕੰਪਨੀ ਜਾਂ ਤੁਹਾਡਾ ਮਾਲਕ NOC ਨਹੀਂ ਦਿੰਦਾ ਤਾਂ ਤੁਸੀਂ ਜਾ ਨਹੀਂ ਸਕਦੇ। ਰਮਾਨੀ ਵਾਲਾ ਬੰਦਾ ਅਮਰੀਕਾ ਦੀ ਅਪਰੋਚ ਰੱਖਦਾ, ਅਮਰੀਕਾ ਦੀ ਪਹੁੰਚ ਰੱਖਦਾ। ਅਤੇ ਜਦੋਂ ਇੱਕ ਗੱਲ ਮੈਂ ਜਿੱਦਾਂ ਜਿਹੜੇ ਮੇਰੇ ਫਰੈਂਡ ਸਰਕਲ ਜਿੱਦਾਂ ਉਹਨਾਂ ਕੋਲ ਸੁਣਦਾ ਜਾਂ ਸਾਡੀ ਗੱਲ ਹੁੰਦੀ ਆ, ਰਮਾਨੀਆ ਦੇ ਲੋਕਾਂ ਨੂੰ ਜਿਹੜਾ ਰਮਾਨੀ ਦਾ ਪਾਸਪੋਰਟ ਆ, ਇਹਨਾਂ ਨੂੰ ਅਮਰੀਕਾ ਜਾਣ ਵਾਸਤੇ ਵੀਜ਼ਾ ਚਾਹੀਦਾ ਵਾ। ਇੰਡੀਆ ਦੇ ਲੋਕਾਂ ਨੂੰ ਅਮਰੀਕਾ ਜਾਣ ਵਾਸਤੇ ਵੀਜ਼ਾ ਚਾਹੀਦਾ। ਜੇ ਤੁਸੀਂ ਇੱਥੋਂ ਅਮਰੀਕਾ ਦਾ ਵੀਜ਼ਾ ਆਪਣੇ ਪਾਸਪੋਰਟ 'ਤੇ ਲਵਾਉਂਦੇ ਹੋ, ਤੁਹਾਡੇ ਪਾਸਪੋਰਟ ਦੀ ਪਾਵਰ ਸੇਮ ਹੋ ਜਾਂਦੀ। ਉਹਨਾਂ ਨੂੰ ਯੂਰਪ ਜਾਣ ਵਾਸਤੇ ਹੋ ਸਕਦਾ ਕਿ ਨਹੀਂ ਵੀਜ਼ਾ ਚਾਹੀਦਾ, ਨਹੀਂ ਪਾਸਪੋਰਟ ਚਾਹੀਦਾ, ਪਰ ਸਾਨੂੰ ਚਾਹੀਦਾ। ਜਦੋਂ ਤੁਹਾਡੇ ਕੋਲ ਅਮਰੀਕਾ ਦਾ ਵੀਜ਼ਾ ਆ ਗਿਆ ਅਤੇ ਤੁਸੀਂ ਈਜ਼ੀਲੀ ਤੁਸੀਂ ਜਾ ਸਕਦੇ ਹੋ। ਸੋ ਇੱਦਾਂ ਦੀਆਂ ਬਹੁਤ ਚੀਜ਼ਾਂ ਵਾ ਕਿ ਇੱਦਾਂ ਹੋ ਸਕਦੀਆਂ ਵਾ। ਬਾਕੀ ਵੀਡੀਓ ਕਾਫੀ ਵੱਡੀ ਹੋ ਗਈ, ਪਰ ਮੈਨੂੰ ਇਹ ਸੀਗਾ ਕਿ ਹੈ ਨਾ ਯਾਰ ਇੱਦਾਂ ਹੋਣੀ ਨਹੀਂ ਚਾਹੀਦੀ ਹੈਗੀ, ਕਿ ਥੋੜ੍ਹਾ ਜਿਹਾ ਲੋਕਾਂ ਨੂੰ ਦੇਖਣਾ ਚਾਹੀਦਾ। ਹੁਣ ਬਹੁਤੇ ਲੋਕ ਕੱਲ੍ਹ ਪਰਸੋਂ ਵੀ ਇੱਕ ਮੈਨੂੰ ਟੁੱਟਾ ਜਿਹਾ ਬੰਦਾ ਗਾਲਾਂ ਜਿਹਾ ਕੱਢ ਗਿਆ ਇੰਸਟਾਗ੍ਰਾਮ 'ਤੇ। ਮੈਂ ਚਲ ਕੋਈ ਨਹੀਂ। ਫਿਰ ਇਹ ਜਨਤਾ ਕੀ ਕਰਦੀ, ਜਾਣ ਬੁੱਝ ਕੇ ਨੰਬਰ ਇੱਧਰ ਉੱਧਰ ਦੇ ਦਿੰਦੀ। ਉਹ ਫਿਰ ਕਹਿੰਦੇ ਕਿ ਮੈਂ ਨੰਬਰ ਤੇਰਾ YouTube ਤੋਂ ਲਿਆ, ਮੈਂ ਇੰਸਟਾਗ੍ਰਾਮ ਤੋਂ ਲਿਆ, ਜਦ ਕਿ ਮੈਂ ਕਦੀ ਕਿਸੇ ਨੂੰ ਨੰਬਰ ਦਿੱਤਾ ਹੀ ਨਹੀਂ। ਯਾਨੀ ਮੇਰੇ ਸਰਕਲ ਵਾਲੇ ਹੀ ਨੰਬਰ ਗਾਹ ਤੋਂ ਗਾਹ ਫਾਰਵਰਡ ਕਰੀ ਜਾਂਦੇ, ਉਹ ਤੰਗ ਕਰੀ ਜਾਂਦੇ। ਫਿਰ ਯਾਰ ਉਹਨਾਂ ਨੂੰ ਬੰਦਾ ਕਵੇ ਕੀ। ਇੱਦਾਂ ਦੇ ਲੋਕ ਆ, ਇਹਨਾਂ ਨੇ ਆਪ ਵੀ ਕੁਛ ਨਹੀਂ ਕਰਨਾ ਹੁੰਦਾ ਅਤੇ ਦੂਜੇ ਨੂੰ ਵੀ ਨਹੀਂ ਕਰਨ ਦੇਣਾ। ਜਦ ਕਿ ਅਸੀਂ ਕੰਮ ਕਰਦੇ ਹਾਂ ਸਾਰਾ ਕੁਛ, ਉਸ ਤੋਂ ਬਾਅਦ ਟਾਈਮ ਕੱਢ ਕੇ ਅਤੇ ਫਿਰ ਅਗਲੇ ਦੀ ਵੀ ਸੁਣ ਲਈ ਦੀ, ਜਾਂ ਅਗਲੇ ਨੂੰ ਦੱਸ ਦਈਦਾ ਕਿ ਯਾਰ ਆਹ ਗੱਲ ਹੋ ਜਾਣੀ ਹੈ, ਤੁਸੀਂ ਇੱਦਾਂ ਕਰਕੇ ਦੇਖ ਲੈ। ਪਰ ਇੱਥੇ ਲੋਕ ਇੱਦਾਂ ਦੇ ਆ ਜਿਹੜੇ ਇਹ ਵੀ ਨਹੀਂ ਕਹਿੰਦੇ ਕਿ ਨਹੀਂ ਬਸ ਇਹ ਨਾ ਸਾਲਾ ਹੈ ਨਾ ਕਿਸੇ ਦਾ ਕੁਛ ਕਰ ਜੇ ਜਾਂ ਆਪ ਹੋ ਜੇ। ਹੁਣ ਬਹੁਤਿਆਂ ਨੂੰ ਇਹ ਲੱਗਦਾ ਪਤਾ ਨਹੀਂ ਕਿੰਨੇ ਕੁ ਪੈਸੇ ਇਹਦੇ ਕੋਲ ਹੈਗੇ ਆ, ਕਿੰਨੇ ਕੁ ਕਮਾਉਂਦਾ। ਇੱਕ ਗੱਲ ਬਾਈ ਦੱਸਦੇ ਹਾਂ, ਅਸੀਂ ਕੰਮ ਕਰਦੇ ਹਾਂ, ਅਸੀਂ ਮਿਹਨਤ ਕਰਦੇ ਹਾਂ, ਬਥੇਰੇ ਕਮਾ ਲੈਂਦੇ। ਦੋ ਚੀਜ਼ਾਂ ਜ਼ਿੰਦਗੀ ਵਿੱਚ ਮੈਂ ਕਦੀ ਦਿਲ 'ਤੇ ਨਹੀਂ ਲਾਈਆਂ ਹੈਗੀਆਂ, ਹਾਲਾਂਕਿ ਇਹ ਬਹੁਤ ਜ਼ਰੂਰੀ ਆ। ਇੱਕ ਤਾਂ ਪੈਸਾ,
ਦੂਜਾ ਕੋਈ ਸੋਚੇ ਕਿ ਹੋਰ ਲੋਕ ਸੋਚਦੇ ਹੋਣ, ਪਰ ਮੈਂ ਨਹੀਂ ਕਦੀ ਦਿਲ 'ਤੇ ਲਾਇਆ ਕਿ ਯਾਰ ਮੈਂ ਇਸ ਕੰਟਰੀ ਨਹੀਂ ਜਾ ਸਕਦਾ, ਜਾਂ ਮੈਂ ਅਮਰੀਕਾ ਨਹੀਂ ਜਾ ਸਕਦਾ, ਮੈਂ ਕੈਨੇਡਾ ਨਹੀਂ ਜਾ ਸਕਦਾ, ਜਾਂ ਮੈਂ ਉਸ ਕੰਟਰੀ ਦਾ ਮੈਨੂੰ ਵੀਜ਼ਾ ਨਹੀਂ ਮਿਲ ਸਕਦਾ, ਜਾਂ ਮੈਂ ਯੂਰਪ ਨਹੀਂ ਜਾ ਸਕਦਾ। ਮੈਂ ਕਦੀ ਇਹ ਸੋਚਿਆ ਨਹੀਂ ਹੈਗਾ ਵੀ ਇਹ ਪੋਸੀਬਲ ਆ। ਮੈਂ ਕਹਿੰਦਾ ਹੁੰਦਾ ਕਿ ਇਹ ਚੀਜ਼ ਮੈਂ ਕਰ ਸਕਦਾ ਹਾਂ। ਪੈਸੇ ਬਾਰੇ ਮੈਂ ਕਦੀ ਨਹੀਂ ਇਹ ਸੋਚਿਆ ਕਿ ਮੈਂ ਪੈਸੇ ਨਹੀਂ ਕਮਾ ਸਕਦਾ। ਸੋ ਇਸੇ ਕਰਕੇ ਮੈਂ ਆਪ ਖੁਦ ਕੰਮ ਕਰਦਾ, ਮੈਂ ਖੁਦ ਜੋਬ ਕਰਦਾ ਵਾਂ, ਅਤੇ ਆਪਣਾ ਸਾਰਾ ਕੁਛ ਸਰਕਲ ਵਧੀਆ ਵਾ। ਮੈਂ ਗਿਆ ਸੀਗਾ ਪੁਰਤਗਾਲ, 4 ਦਿਨ ਰਿਹਾ। ਜਦੋਂ ਮੈਂ ਇੱਥੋਂ ਤੁਰਿਆ ਸੀਗਾ, ਮੈਂ ਉਦੋਂ ਹੀ ਸੋਚਿਆ ਸੀਗਾ ਕਿ ਮੈਂ 4 ਦਿਨਾਂ ਬਾਅਦ ਮੈਂ ਵਾਪਸ ਆ ਜਾਊਂ, ਅਤੇ ਮੈਂ ਆ ਗਿਆ। ਇੱਥੇ ਹੰਗਾਮਾ ਕਰਤਾ ਮੇਰੀ ਕੰਪਨੀ ਵਿੱਚ ਕਿ ਉਹ ਤਾਂ ਪੁਰਤਗਾਲ ਘੁੰਮਦਾ ਆਉਣਾ ਨਹੀਂ, ਕਿਉਂਕਿ ਹਰ ਬੰਦੇ ਦੀ ਇੱਥੇ ਸਾਡੇ ਲੋਕਾਂ ਦੀ ਸੋਚ ਬਣੀ, ਇਹਨਾਂ ਨੇ ਪੁਰਤਗਾਲੀ ਹਊਆ ਬਣਾਇਆ ਕਿ ਪਤਾ ਨਹੀਂ ਕੀ ਚੀਜ਼ ਆ ਪੁਰਤਗਾਲ। ਆਪਣੇ ਵਾਸਤੇ ਕੁਛ ਨਹੀਂ ਹੈ, ਕਿਉਂਕਿ ਮੈਂ ਅਲੱਗ ਸੋਚ ਰੱਖਦਾ ਹਾਂ। ਜਿਹੋ ਜਿਹਾ ਮੈਂ ਇਸ ਟਾਈਮ ਜਿਹੜੀ ਮੇਰੀ ਸਿਚੁਏਸ਼ਨ ਆ ਨਾ ਰਮਾਨੀਆ ਦੀ, ਅਤੇ ਇਹੀ ਜਿਹੜੀ ਸਿਚੁਏਸ਼ਨ ਆ ਇਹਦੇ ਨਾਲੋਂ ਜਿਹੜੀ ਮਤਲਬ ਉੱਥੇ ਵਾਲੀ ਸਿਚੁਏਸ਼ਨ ਆ ਪੁਰਤਗਾਲ ਵਿੱਚ ਜਿਹੜੇ ਨਵੇਂ ਮੁੰਡੇ ਆ, ਮੇਰੀ ਸਿਚੁਏਸ਼ਨ ਇੱਥੋਂ ਉਹਨਾਂ ਤੋਂ ਉੱਪਰ ਦੀ ਆ। ਮਤਲਬ ਪੈਸਾ ਜੇ ਤੁਸੀਂ ਸੋਚੋ ਤਾਂ ਮੈਂ ਉਹਨਾਂ ਨਾਲੋਂ ਵੱਧ ਕਮਾਉਂਦਾ। ਜੇ ਲਾਈਫ ਸਟਾਈਲ ਸੋਚੋ, ਮੇਰਾ ਉਹਨਾਂ ਨਾਲੋਂ ਬੈਟਰ। ਜਿਹੜੇ ਡੋਂਕੀ ਲਾ ਕੇ ਜਾਂ ਇੱਥੋਂ ਗਏ ਆ ਜਾਂ ਕਿੱਦਾਂ ਵੀ ਆ, ਹਾਂ ਜਿਹੜੇ ਪਾਸਪੋਰਟ ਹੋਲਡਰ ਜਿਹਨਾਂ ਦੇ ਆਪਣੇ ਬਿਜ਼ਨਸ ਆ ਉਹਨਾਂ ਦੀ ਅਲੱਗ ਗੱਲ ਆ। ਜਿਹੜਾ ਇੱਕ ਆਮ ਬੰਦਾ ਵਾ ਉਹਦੇ ਨਾਲੋਂ ਮੈਂ ਵਧੀਆ ਵਾਂ, ਮੈਂ ਹੁਣ ਵੀ ਕਹਿੰਦਾ ਵਾਂ। ਅਤੇ ਇਸ ਕਰਕੇ ਕੋਈ ਮੈਨੂੰ ਬਹੁਤਾ ਵਧੀਆ ਨਹੀਂ ਹੈ ਉੱਥੇ ਲੱਗਾ ਕਿ ਮੈਂ ਉੱਥੇ ਜਾਊਂਗਾ। ਹਾਂ ਤੁਸੀਂ 2 ਸਾਲ ਦਾ ਕਾਰਡ ਲਓ, 4 ਸਾਲ ਦਾ ਕਾਰਡ ਲਓ, ਤੁਹਾਡੇ ਕੋਲ ਪਾਸਪੋਰਟ ਡਸ ਨੋਟ ਮੈਟਰ। ਉੱਥੇ ਪਾਸਪੋਰਟ ਵਾਲੇ ਬੰਦਿਆਂ ਨੂੰ ਵੀ ਮੈਂ ਮਿਲਿਆ, ਜਿਹੜੇ ਜੇਬਾਂ 'ਚ ਪਾਸਪੋਰਟ ਘੁੰਮਦੇ, ਜਿਹੜੇ 10-10 ਸਾਲ ਜਿਹਨਾਂ ਨੂੰ ਹੋ ਗਏ, ਉੱਥੇ ਹੀ ਜਾਓ। ਲੋਕ ਕਹਿ ਦਿੰਦੇ ਕਿ ਉਸ ਦਾ ਪਾਸਪੋਰਟ ਮਿਲ ਗਿਆ, ਮੈਂ ਅਮਰੀਕਾ ਚੱਲ ਜੂ, ਮੈਂ ਉੱਥੇ ਚੱਲ ਜੂ। ਗਏ ਹੀ ਨਹੀਂ, ਉਹ ਕਹਿੰਦੇ ਵੀ ਕੰਮ ਤਾਂ ਕਰਨਾ ਪੈਣਾ ਹੀ ਆ। ਸੋ ਇੱਦਾਂ ਦੀਆਂ ਚੀਜ਼ਾਂ ਵਾ। ਹਰ ਬੰਦਾ ਆਪੋ ਆਪਣੀ ਸੋਚ ਦੇ ਮੁਤਾਬਕ ਸੋਚਦਾ ਵੀ ਉਹਦਾ ਕਿੱਥੇ ਹੈ ਨਾ ਸਾਰਾ ਕੁਝ ਸਹੀ ਹੈ। ਮੇਰੇ ਵਾਸਤੇ ਇਹ ਕੰਟਰੀ ਬੈਸਟ ਆ, ਅਤੇ ਮੈਂ ਨਹੀਂ ਜਾ ਰਿਹਾ। ਤਕਰੀਬਨ 2019 ਤੋਂ ਮੇਰੇ ਲਿੰਕ ਸੀਗੇ, ਮੈਂ 2019 ਤੋਂ ਆਇਆ, ਮੈਂ ਆਉਂਦਿਆਂ ਮੇਰੇ ਲਿੰਕ ਬਣ ਗਏ ਸੀਗੇ ਕਿ ਮੈਂ ਜਾ ਸਕਦਾ ਸੀ, ਪਰ ਮੈਂ ਗਿਆ ਨਹੀਂ ਹੈਗਾ। ਆ 22 ਹੋ ਗਿਆ। ਅਤੇ ਸੋ ਇੱਦਾਂ ਦੀ ਕਦੀ ਚੀਜ਼ ਸੋਚੀ ਨਹੀਂ ਹੈਗੀ। ਇੱਥੇ ਤਾਂ ਕੁੜੀਆਂ ਮੁੰਡੇ ਸਾਰਿਆਂ ਨੂੰ ਇੱਕੋ ਹੀ ਚੀਜ਼ ਦਿੰਦੀ ਕਿ ਪੁਰਤਗਾਲ ਕਰਨਾ, ਉੱਥੇ ਜਾ ਕੇ ਕੁਛ ਨਹੀਂ ਆ। ਫਿਰ ਉਹੀ ਹਾਲਾਤ, ਅਤੇ ਬਥੇਰੇ ਇੱਥੇ ਡੋਂਕੀਆਂ ਲਾ ਕੇ ਫੜ ਹੁੰਦੇ ਆ, ਮੁੰਡੇ ਫੜ ਹੁੰਦੇ, ਕੁੜੀਆਂ। ਰੋਜ਼ ਦੀ ਮੇਰੇ ਕੋਲ ਅਪਡੇਟ ਹੁੰਦੀ ਹੈ, ਮੈਂ ਸ਼ੇਅਰ ਹੀ ਨਹੀਂ ਕਰਦਾ ਹੈਗਾ। ਜਿੱਥੇ ਮੈਨੂੰ ਲੱਗੇ ਕਿ ਸ਼ੇਅਰ ਕਰਨੀ, ਉੱਥੇ ਸ਼ੇਅਰ ਕਰਨੀ ਚਾਹੀਦੀ, ਕਿਉਂਕਿ ਲੋਕ ਕਹਿੰਦੇ ਕਿ ਯਾਰ ਐਵੇਂ ਨਾ ਭਕਾਈ ਮਾਰਦਾ ਆ, ਇਹ ਉਹ ਆ। ਸੋ ਇੱਦਾਂ ਦੀਆਂ ਚੀਜ਼ਾਂ ਮੇਰੇ ਕੋਲ ਕਿੰਨੇ ਮੈਸੇਜ ਆਏ, ਕਿਸੇ ਦਾ ਮੈਂ ਸ਼ੇਅਰ ਨਹੀਂ ਕੀਤਾ ਹੈਗਾ ਮੈਸੇਜ ਕਿ ਇਹ ਬੰਦਾ ਨੈਗੇਟਿਵ ਜਾਂ ਪੋਜ਼ੀਟਿਵ। ਸੋ ਮੈਂ ਰੀਡ ਜ਼ਰੂਰ ਕਰਦਾ ਹੁੰਦਾ ਵਾਂ ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਮੈਸੇਜ। ਜਿਹਦਾ ਲੱਗੇ ਕਿ ਯਾਰ ਵਾਕਿਆ ਨੂੰ ਹੈਲਪ ਦੀ ਲੋੜ ਆ ਜਾਂ ਇਹਦਾ ਰਿਪਲਾਈ ਕਰਨਾ ਚਾਹੀਦਾ, ਮੈਂ ਉਹਦਾ ਹੀ ਕਰਦਾ ਵਾਂ। ਅਤੇ ਉੱਦਾਂ ਮੈਂ ਬੰਦੇ ਦਾ ਨਹੀਂ ਕਰਦਾ ਹੈਗਾ, ਰਿਪਲਾਈ ਮੈਂ ਜ਼ਰੂਰ ਕਰਦਾ ਹਾਂ। ਅਤੇ ਹੌਲੀ ਹੌਲੀ ਮਤਲਬ ਇਹ ਆ ਕਿ ਸਿਰਫ ਜਿਹੜੇ ਪੋਜ਼ੀਟਿਵ ਬੰਦੇ ਆ ਜਾਂ ਜਿਹੜੇ ਕੁਝ ਕਰਨਾ ਚਾਹੁੰਦੇ ਜਾਂ ਜਿਹੜੇ ਇੱਥੇ ਕੁਝ ਆਏ ਆ, ਉਹਨਾਂ ਦਾ ਹੀ ਮੈਂ ਕਰਦਾ ਵਾਂ, ਦੂਸਰੇ ਦਾ ਮੈਂ ਨਹੀਂ ਰਿਪਲਾਈ ਕਰਦਾ। ਈਵਨ ਹੁਣ ਜਿਹੜਾ ਮੇਰਾ ਸਰਕਲ ਸੀਗਾ ਪਹਿਲੋਂ, ਜਿਹਨਾਂ ਕੋਲ ਮੇਰਾ ਵਟਸਅਪ ਸੀਗਾ, ਮੈਂ ਉਹਨਾਂ ਦਾ ਵੀ ਨਹੀਂ ਫੋਨ ਚੱਕਦਾ, ਕਿਉਂਕਿ ਜਿਹੜਾ ਬੰਦਾ ਬੇਈਮਾਨੀ ਕਰਨੀ ਸ਼ੁਰੂ ਕਰਦੇ ਜਾਂ ਲੋਕਾਂ ਨੂੰ ਲੁੱਟਣਾ ਸ਼ੁਰੂ ਕਰਦੇ, ਸੋ ਮੈਂ ਨਹੀਂ ਇੱਦਾਂ ਦਾ, ਹੈ ਨਾ, ਮੈਨੂੰ ਨਹੀਂ ਵਧੀਆ ਲੱਗਦਾ। ਸੋ ਕਈ ਇੱਥੇ ਏਜੰਟ ਬਣ ਗਏ, ਕਈ ਏਜੰਟਾਂ ਤੋਂ ਬੰਦੇ ਬਣ ਗਏ, ਕੋਈ ਕੁਛ ਬਣ ਗਿਆ, ਪਰ ਮੈਂ ਕਿਸੇ ਨਾਲ ਨਹੀਂ ਇੱਦਾਂ ਦਾ ਹੈਗਾ ਮੇਰਾ। ਹੁਣ ਬਹੁਤੇ ਜਿਹੜੇ ਇੱਥੇ ਨਵੇਂ ਜਿਹੜੇ ਏਜੰਟ ਬਣੇ ਸੀਗੇ, ਉਹ ਬਹੁਤਿਆਂ ਨੇ ਇਹ ਕਹਿਣਾ ਕਿ ਯਾਰ ਸਾਨੂੰ ਬੰਦੇ ਦੇ ਸਾਡੇ ਕੋਲ, ਤੂੰ ਇੰਨੇ ਗਾਂਹ ਲੈ ਲਈ, ਤੂੰ ਇੰਨੇ ਲੈ ਲਈ। ਮੈਂ ਕਿਹਾ ਨਹੀਂ ਯਾਰ, ਬਹੁਤ ਬੰਦਿਆਂ ਨਾਲ ਲਿੰਕ ਕਰਾਏ ਵੀ ਆ, ਪਰ ਕਦੇ ਕਿਸੇ ਕੋਲ ਪੈਸੇ, ਮੈਨੂੰ ਨਹੀਂ ਲੱਗਦਾ ਵੀ ਜਿਹੜਾ ਰਮਾਨੀਆ ਆਇਆ ਵਾ ਕਿਸੇ ਕੋਲ ਪੈਸੇ ਲਏ ਹੋਣਗੇ, ਜਾਂ ਕਿਸੇ ਨੂੰ ਦੱਸਣ ਦੇ, ਜਾਂ ਕਿਸੇ ਦਾ ਕੋਈ ਡਾਕੂਮੈਂਟ ਦੱਸਿਆ ਹੋਊਗਾ, ਬਣਾਇਆ ਹੋਊਗਾ, ਅਤੇ ਉਹਦੇ ਕੋਲ ਪੈਸੇ ਮੰਗੇ ਹੋਣਗੇ। ਸੋ ਇੱਦਾਂ ਦੀ ਚੀਜ਼ ਨਹੀਂ ਹੈਗੀ। ਪਰ ਫਿਰ ਵੀ ਹੈ ਨਾ, ਲੋਕ ਨਹੀਂ ਹਟਦੇ ਹੈਗੇ, ਲੱਤਾਂ ਬਹੁਤ ਖਿੱਚਣ ਵਾਲੇ। ਤਕਰੀਬਨ ਖਾਸ ਕਰਕੇ ਆਪਣੇ ਪੰਜਾਬੀ, ਇਹ ਬਹੁਤ ਬੰਦਿਆਂ ਨਾਲ ਹੁੰਦੀ ਹੈ ਵੀ ਲੱਤਾਂ ਖਿੱਚਣ ਦੇ ਵਿੱਚ ਇਹਨਾਂ ਦਾ ਪੂਰਾ ਹੁੰਦਾ ਯੋਗਦਾਨ। ਸੋ ਜੇ ਤੁਸੀਂ ਕਿਸੇ ਦੀ ਸਪੋਰਟ ਨਹੀਂ ਨਾ ਕਰ ਸਕਦੇ, ਅਤੇ ਪਲੀਜ਼ ਕਿਸੇ ਦੀਆਂ ਲੱਤਾਂ ਨਾ ਖਿੱਚੋ, ਕਿਸੇ ਦੀ ਗੱਲ 'ਚ ਬਣਾਓ। ਸੋ ਮੇਰੀ ਤਾਂ ਇਹੀ ਰਿਕੁਐਸਟ ਆ, ਜੇ ਕੋਈ ਕੰਮ ਕਰਦਾ ਵਾ ਤੁਹਾਨੂੰ ਕਰਨ ਦਿਓ, ਚਾਹੇ ਉਹ ਚੰਗਾ ਜਾਂ ਚਾਹੇ ਉਹ ਮਾੜਾ ਵਾ। ਅਤੇ ਤੁਹਾਡੇ ਗਾਂ ਕਿਸੇ ਨੇ ਹਟ ਨਹੀਂ ਜਾਣਾ ਹੈਗਾ, ਅਤੇ ਨਾ ਹੀ ਸਾਡੇ ਗਾਂ ਕਿਸੇ ਨੇ ਹਟਣਾ ਵਾ। ਇਹ ਆ ਵੀ ਜੇ ਤੁਸੀਂ ਚੰਗੀ ਐਡਵਾਈਸ ਦਿਓਗੇ, ਹੋ ਸਕਦਾ ਅਗਲੇ ਦਾ ਫਾਇਦਾ ਹੋ ਜੇ। ਜਿੱਦਾਂ ਦੀ ਵੀ ਕੋਈ ਵੀਡੀਓ ਹੁੰਦੀ ਇੱਥੇ, ਜਿੱਦਾਂ ਦੇ ਹਾਲਾਤ ਹੁੰਦੇ ਆ, ਜਿੱਦਾਂ ਵੀ ਹੁੰਦੇ ਆ, ਮੈਂ ਉਹੀ ਦੱਸਦਾ ਵਾਂ, ਮੈਂ ਆਪਣੇ ਕੋਲੋਂ ਨਹੀਂ ਦੱਸਦਾ ਹੈਗਾ। ਹਾਲਾਂਕਿ ਮੇਰੀ ਬਹੁਤ ਵਧੀਆ ਲਾਈਫ ਆ, ਮੇਰਾ ਸਾਰਾ ਕੁਛ ਬਹੁਤ ਵਧੀਆ ਵਾ। ਮੈਂ ਵੀ ਸੋਚ ਲਵਾਂ ਕਿ ਯਾਰ ਮੈਂ ਕੀ ਲੈਣਾ, ਹੈ ਨਾ,
ਇਹ ਆਪਣਾ ਕੰਮ ਵਧੀਆ, ਆਪਣਾ ਸਾਰਾ ਕੁਝ ਵਧੀਆ, ਆਪਾਂ ਨੂੰ ਰਹਿਣ ਸਹਿਣ, ਖਾਣਾ ਪੀਣਾ, ਘੁੰਮਣਾ ਫਿਰਨਾ ਸਾਰਾ ਕੁਝ ਆਪਣਾ ਵਧੀਆ, ਆਪਾਂ ਕਿਉਂ ਲੋਕਾਂ ਦੀ ਟੈਨਸ਼ਨ ਲਈਏ, ਕਿਉਂ ਕਿਸੇ ਬਾਰੇ ਦੱਸੀਏ। ਪਰ ਫਿਰ ਵੀ ਮੈਂ ਦੱਸਦਾ, ਗੱਲ ਕਰਦਾ, ਕਿਉਂਕਿ ਮੇਰੇ ਕੋਲ ਪਲੇਟਫਾਰਮ ਹੈ ਵੀ ਚੱਲ ਦੱਸਣ 'ਚ ਕੀ ਜਾਂਦਾ, ਵੀ ਅਗਲਾ ਬੰਦੇ ਨੂੰ ਪਤਾ ਲੱਗ ਜਾਊਗਾ। ਮੰਨਣਾ ਨਹੀਂ ਮੰਨਣਾ ਉਹ ਤਾਂ ਹੁਣ ਤੁਹਾਡੇ 'ਤੇ ਡਿਪੈਂਡ ਆ, ਹੈ ਨਾ, ਜਾਂ ਤੁਸੀਂ ਕੀ ਕਰਨਾ ਉਹ ਡਿਸਾਈਡ, ਉਹ ਤੁਹਾਡੇ 'ਤੇ ਡਿਪੈਂਡ ਆ। ਬਟ ਮੇਰਾ ਕੰਮ ਹੁੰਦਾ ਕਿ ਮੈਂ ਦੱਸਣਾ ਕਿ ਆਹ ਚੀਜ਼ ਇੱਥੇ ਹੋ ਰਹੀ ਆ, ਬਚੋ, ਜਾਂ ਆਹ ਚੀਜ਼ ਦਾ ਤੁਹਾਨੂੰ ਫਾਇਦਾ ਵਾ, ਫਾਇਦਾ ਲੈ ਲਓ। ਸੋ ਇਹ ਹੁਣ ਮੈਂ ਤਕਰੀਬਨ ਏਜੰਟਾਂ ਦੇ ਬਾਰੇ ਦੱਸਦਾ ਰਹਿੰਦਾ ਕਿ ਯਾਰ ਇੱਥੇ 3 ਕੁ ਮਹੀਨੇ ਰੱਖਦੇ ਆ, ਚਾਹੇ ਕੋਈ ਰਮਾਨੀਆ ਦੀ ਏਜੰਸੀ ਆ, 1-2 ਏਜੰਸੀਆਂ ਇੱਥੇ ਆ, ਅਤੇ 1-2 ਉਹਨਾਂ ਨੇ ਬ੍ਰਾਂਚਾਂ ਆਪਣੀਆਂ ਦੁਬਈ ਖੋਲ੍ਹੀਆਂ ਵਾ, ਇੰਡੀਆ ਖੋਲ੍ਹੀਆਂ ਵਾ, ਦਿੱਲੀ 'ਚ ਉਹਨਾਂ ਦੀਆਂ, ਅਤੇ ਰਾਜਸਥਾਨ ਦੇ ਵਿੱਚ ਵੀ ਹੁਣ ਰੀਸੈਂਟਲੀ ਸ਼ਾਇਦ ਖੁੱਲ੍ਹੀਆਂ ਵਾ, ਅਤੇ ਇੱਧਰ ਹੋਰ ਮਾਲਡੋਵਾ ਜਾਂ ਇੱਧਰ ਉੱਧਰ ਖੁੱਲ੍ਹੀਆਂ ਵਾ। ਅਤੇ ਉਹਨਾਂ ਦਾ ਇਹੀ ਕੰਮ ਹੁੰਦਾ ਵੀ 3 ਮਹੀਨੇ ਦਾ ਐਗਰੀਮੈਂਟ ਹੁੰਦਾ, 3 ਮਹੀਨੇ ਰੱਖੋ ਬੰਦਾ, ਬਾਅਦ 'ਚ ਕੰਪਨੀਆਂ ਵਾਲੇ ਕਹਿੰਦੇ ਕਿ ਚੌਥੇ ਮਹੀਨੇ ਤੁਸੀਂ ਭਜਾ ਦਿਓਗੇ, ਸਾਡੇ ਕੋਲ ਕੰਮ ਹੈ ਨਹੀਂ। ਇਹ ਚੱਲਦਾ ਇੱਥੇ ਹੁਣ ਵੀ, ਅਤੇ ਬਹੁਤ ਬੰਦੇ ਡਿਪੋਰਟ ਹੋਣ ਡਏ। ਮੇਰੇ ਕੋਲ ਡਿਪੋਰਟ ਬੰਦਿਆਂ ਦੇ ਕਾਫੀ ਮੈਸੇਜ ਨੰਬਰ ਪਏ ਆ, ਪਰ ਆਪਾਂ ਕਿਸੇ ਦਾ ਨੰਬਰ ਨਹੀਂ ਦੇਈਦਾ। ਹੁਣ ਜੇ ਮੈਂ ਇੱਥੇ ਨੰਬਰ ਸ਼ੇਅਰ ਕਰ ਦੂੰ ਕਿਸੇ, ਜਿਹੜਾ ਬੰਦਾ ਇੱਥੋਂ ਡਿਪੋਰਟ ਹੋਇਆ ਵਾ, ਕਿ ਆਹ ਬੰਦਾ ਡਿਪੋਰਟ ਹੋਇਆ, ਤੁਸੀਂ ਇਹਨਾਂ ਪਤਾ ਕਰ ਲਓ, ਵੀ ਲੋਕਾਂ ਨੂੰ ਹੋਊਗਾ ਵੀ ਪ੍ਰੂਫ। ਹੁਣ ਉਹਨੂੰ ਉਹਦੀ ਆਪ ਦੀ ਜਿਹੜੀ ਵਿਚਾਰੇ ਦੀ ਟੈਨਸ਼ਨ ਪਈ ਹੋਊਗੀ, ਉੱਤੋਂ ਚੱਕ ਕੇ ਲੋਕੀ ਨੰਬਰ ਫੋਨ 'ਤੇ ਫੋਨ ਠੁੱਕੀ ਜਾਣਗੇ, ਬਾਈ ਤੂੰ ਕਿਉਂ ਡਿਪੋਰਟ ਹੋ ਗਿਆ, ਤੂੰ ਕਿੰਨੇ ਮਹੀਨੇ ਬਾਅਦ ਡਿਪੋਰਟ ਹੋਇਆ, ਕਿਉਂ ਹੋਇਆ, ਕੀ ਕੰਮ ਕਰਦਾ, ਕਿੱਥੇ ਆ, ਕਿਹੜੇ ਏਜੰਟ ਕੋਲ ਆਇਆ ਸੀਗਾ। ਅਗਲਾ ਬੰਦਾ ਇਰੀਟੇਟ ਹੋ ਜਾਂਦਾ। ਸੋ ਇੱਦਾਂ ਦੀ ਮੈਂ ਨਹੀਂ ਕਰਦਾ ਹੈਗਾ ਕੰਮ। ਪਰ ਡਿਪੋਰਟ ਹੁੰਦੇ ਇਹਨਾਂ ਵਜ੍ਹਾ ਕਰਕੇ ਹੁੰਦੇ, ਨਾ ਤਾਂ ਇੱਥੇ ਆਈਡੀ ਬਣਦੀ ਬਹੁਤੇ ਬੰਦਿਆਂ ਦੀ, ਜੇ ਆਈਡੀ ਬਣ ਜਾਂਦੀ ਉਹ ਟੈਕਸ ਨਹੀਂ ਤਾਰਦੇ ਹੈਗੇ, ਫਿਰ ਬੰਦੇ ਕੀ ਕਰਦੇ, ਕੰਪਨੀ ਚੇਂਜ ਕਰਦੇ ਆ, ਡੌਂਕੀ ਲਾਉਂਦੇ ਆ, ਅੱਗੇ ਭੱਜ ਜਾਂਦੇ ਆ। ਫਿਰ ਕਈ ਜੇਲ੍ਹਾਂ ਜਿੱਥੇ ਫੜੇ ਜਾਂਦੇ ਆ, ਰਿਆਧ ਅਤੇ ਮਿਸੋਰ ਵਾਲੀ ਜੇਲ੍ਹਾਂ ਦੇ ਵਿੱਚ ਆਮ ਹੀ ਤੁਹਾਨੂੰ ਮਿਲ ਜਾਣਗੇ ਰਮਾਨੀਆ ਤੋਂ ਜਿਹੜੇ ਬੰਦੇ ਇੱਥੇ ਜਿਹੜੇ ਵਰਕ ਪਰਮਿਟ 'ਤੇ ਆਏ ਆ। ਇਹੀ ਦੋਵੇਂ ਜੇਲ੍ਹਾਂ ਤਕਰੀਬਨ ਭਰੀਆਂ ਰਹਿੰਦੀਆਂ। ਫਿਰ ਜਾਰਜੀਆ ਵਾਲੀ ਜਿਹੜੀ ਜੇਲ੍ਹ, ਉਹਦੇ 'ਚ ਸੁੱਟ ਦਿੰਦੇ, ਉੱਥੋਂ ਰਿਪੋਰਟ ਕਰ ਦਿੰਦੇ। ਜਿਹੜਾ ਰਮਾਨੀਆ ਵਾਲਾ ਬੰਦਾ ਜੇ ਫੜਿਆ ਜਾਵੇ ਪਾਸਪੋਰਟ ਜਾਂ ਕਿਸੇ ਪ੍ਰੂਫ ਨਾਲ, ਇਹਦੇ ਫਿੰਗਰਪ੍ਰਿੰਟ ਹੁੰਦੇ ਆ, ਇਹ ਬੰਦਾ 100% ਜਿਹੜਾ ਇੰਡੀਆ ਹੀ ਜਾਂਦਾ। ਕੁੜੀਆਂ ਕਈ ਕਿੰਨੀਆਂ ਫੜ ਹੋ ਗਈਆਂ, ਮੇਰੇ ਕੋਲ ਕਿੰਨਿਆਂ ਦੀਆਂ ਆਏ ਮੈਸੇਜ ਪਏ ਆ, ਕਿਸੇ ਦੀ ਮਾਂ ਨੇ, ਕਿਸੇ ਦੇ ਪੇ ਨੇ, ਕਿਸੇ ਦੇ ਭਰਾ ਨੇ, ਕਿਸੇ ਦੇ ਬੋਆਏਫਰੈਂਡ ਨੇ ਇੱਦਾਂ ਮੈਨੂੰ ਮੈਸੇਜ ਕੀਤੇ ਕਿ ਯਾਰ ਸਾਡਾ ਆਹ ਨੁਕਸਾਨ ਹੋ ਗਿਆ, ਤਾਂ ਕੀ ਹੱਲ ਹੋਊਗਾ। ਅਗਲੇ ਨੂੰ ਦੱਸਦੇ ਆ ਬਾਈ ਆਹ ਹੱਲ ਆ, ਜੇ ਤਾਂ ਹੋ ਗਿਆ ਠੀਕ ਆ, ਨਹੀਂ ਤਾਂ ਫਿਰ ਇੰਡੀਆ। ਸੋ ਇੱਦਾਂ ਦੀਆਂ ਚੀਜ਼ਾਂ। ਪਰ ਆਪਾਂ ਕਿਸੇ ਨੂੰ ਕਦੀ ਇਹ ਨਹੀਂ ਕਿਹਾ ਕਿ ਯਾਰ ਤੁਸੀਂ ਨਾ ਆਓ ਜਾਂ ਕਿੱਦਾਂ, ਵੀ ਇੱਥੇ ਨਾ ਆਓ, ਇੱਥੇ ਫਾਇਦਾ ਨਹੀਂ ਆ। ਮੈਂ ਹੁਣ ਵੀ ਕਹਿੰਦਾ ਵਾ, ਇਨ ਫਿਊਚਰ ਵੀ ਕਹੂੰਗਾ, ਅਤੇ ਮੈਂ ਪਹਿਲਾਂ ਵੀ ਕਹਿੰਦਾ ਰਹਿੰਦਾ ਸੀਗਾ, ਆਓ ਜ਼ਰੂਰ। ਥੋੜ੍ਹਾ ਜਿਹਾ ਜਿਸ ਬੰਦੇ ਕੋਲੋਂ ਤੁਸੀਂ ਆ ਰਹੇ, ਜਿਸ ਕੰਪਨੀ ਕੋਲੋਂ, ਏਜੰਸੀ ਕੋਲੋਂ ਆ ਰਹੇ, ਉਹਨੂੰ ਉਹਦੇ ਨਾਲ ਇਹ ਤਾਂ ਕਰਕੇ ਆਓ ਵੀ ਸਾਨੂੰ ਕੰਮ ਕਾਰ ਤਾਂ ਚੰਗਾ ਮਿਲ ਜੂ, ਸਾਡੇ ਪੇਪਰ ਵਰਕ ਸਾਡਾ ਪੂਰਾ ਹੋ ਜੂ। ਸੋ ਇਹ ਉਹਦੇ ਨਾਲ 2-4 ਗੱਲਾਂ ਜਿਹੜੀਆਂ ਜ਼ਰੂਰ ਕਰਕੇ ਆਓ, ਜਾਂ ਕੁਝ ਲਿਖਾ ਕੇ ਆਓ। ਜੇ ਤੁਸੀਂ ਲਿਖ ਕੇ ਆਉਂਦੇ ਆ ਉੱਥੇ ਐਫੀਡੇਵਿਟ ਦੇ ਵਿੱਚ, ਤੁਹਾਡਾ ਵੀ ਫਰਜ਼ ਬਣਦਾ ਕਿ ਤੁਸੀਂ ਵੀ ਇੱਕ ਐਫੀਡੇਵਿਟ ਉਹਨਾਂ ਕੋਲ ਲਓ ਇਹਨਾਂ ਚੀਜ਼ਾਂ ਦਾ। ਪਰ ਇੱਦਾਂ ਹੁੰਦਾ ਨਹੀਂ ਹੈਗਾ, ਕਿਉਂਕਿ ਇੰਡੀਆ ਦੇ ਵਿੱਚ ਤੁਸੀਂ ਏਜੰਟ ਦਾ ਕੁਛ ਨਹੀਂ ਵਿਗਾੜ ਸਕਦੇ। ਮੈਂ ਅੱਜ ਵੀ ਕਹਿੰਦਾ, ਪਹਿਲਾਂ ਵੀ ਕਹਿੰਦਾ ਸੀ, ਅਤੇ ਮੈਂ ਇਨ ਫਿਊਚਰ ਵੀ ਕਹਿੰਦਾ, ਤੁਸੀਂ ਕੁਛ ਨਹੀਂ ਕਰ ਸਕਦੇ, ਚਾਹੇ ਇੱਥੇ ਬੰਦਾ ਮਰ ਜੇ। ਅਤੇ ਇੱਥੇ ਹੋਣ ਡਈ ਇੱਦਾਂ। ਹੁਣ ਏਜੰਸੀਆਂ ਵਾਲੇ ਜਿਹੜੇ ਇੱਥੇ ਬੁੱਕਾਰੈਟ ਜਿਹੜੀਆਂ 2-3 ਏਜੰਸੀਆਂ, ਜਾਂ ਪਟਿਸਟਿਕ ਪਤਾ ਨਹੀਂ ਕਿੱਥੇ ਪਲਿਸਟਿਕ ਏਜੰਸੀਆਂ ਵਾ ਸ਼ਾਇਦ, ਉਹ ਬਸ ਇਹੀ ਬਿਜ਼ਨਸ ਉਹਨਾਂ ਦਾ। ਪਤਾ ਨਹੀਂ ਕਿੰਨੇ ਰੁਪਈਏ ਲੋਕਾਂ ਦੇ ਖਾ ਲਏ ਉਹਨਾਂ ਨੇ, ਦੱਬੇ ਆ। ਅਤੇ ਉਹਦੇ 'ਚ ਵੱਡਾ ਯੋਗਦਾਨ ਪੰਜਾਬੀਆਂ ਦਾ। ਵਾਧੂ ਦੀਆਂ ਲੋਕਾਂ ਕੋਲ ਗਾਲਾਂ ਖਾਂਦੇ ਆ, ਠੀਕ ਆ। ਮਤਲਬ ਤੁਸੀਂ ਇਹਨਾਂ ਏਜੰਟਾਂ ਦਾ ਨਾਂ ਲਓ ਕਿ ਬਾਈ ਇੱਥੇ ਇਸ ਏਜੰਸੀ 'ਚ ਆਹ ਏਜੰਟ ਲੱਗਾ, ਮਾਂ ਭੈਣ ਦੀ ਗੱਲ ਤੋਂ ਬਿਨਾਂ ਲੋਕ ਗਾਲ ਨਹੀਂ ਕੱਢਦੇ ਉਹਨਾਂ ਨੂੰ, ਗਾਲ ਕੱਢ ਕੇ ਫਿਰ ਗੱਲ ਕਰਨਗੇ। ਇੱਦਾਂ ਦੇ ਹਾਲਾਤ ਆ, ਅਤੇ ਬਹੁਤ ਇੱਥੇ ਬੁਰਾ ਕੰਮ ਹੋ ਰਿਹਾ। ਮਤਲਬ ਇਹ ਦੂਸਰਾ ਸਾਈਪ੍ਰਸ ਬਣ ਰਿਹਾ ਵਾ। ਜਿੱਦਾਂ ਸਾਈਪ੍ਰਸ ਦੇ ਵਿੱਚ ਬਹੁਤ ਬੁਰੇ ਹਾਲ ਹੈ ਨਾ, ਵੀ 6-8 ਮਹੀਨੇ ਤੋਂ ਬਾਅਦ 'ਚ, ਜਾਂ 3-4 ਮਹੀਨਿਆਂ ਤੋਂ ਬਾਅਦ 'ਚ ਉਹ ਆਈਡੀ ਨਹੀਂ ਬਣਦੀ ਉੱਥੇ, ਪਹਿਲੀ ਆਈਡੀ ਤੋਂ ਬਾਅਦ ਦੂਜੀ ਆਈਡੀ ਨਹੀਂ ਮਿਲਦੀ ਹੈਗੀ ਸਾਈਪ੍ਰਸ ਦੇ ਵਿੱਚ। ਅਤੇ ਮਤਲਬ ਉੱਥੇ ਕੁੜੀਆਂ ਨਾਲ ਮਿਸਬਿਹੇਵ ਹੁੰਦਾ, ਮੁੰਡਿਆਂ ਨੂੰ ਕੰਮ ਨਹੀਂ ਮਿਲਦਾ, ਜਾਂ ਮਾਲਕ ਆਈਡੀ ਨਹੀਂ ਬਣਾ ਕੇ ਦਿੰਦੇ, ਜਾਂ ਆਪਣੇ ਬੰਦੇ ਫਰੋਡ ਕਰਦੇ। ਉਹੀ ਸਿਸਟਮ ਇੱਥੇ ਆ, ਕਿਉਂਕਿ ਪੂਰੇ ਯੂਰਪ ਦੇ ਵਿੱਚੋਂ, ਇਹਨੂੰ ਯੂਰਪ ਦਾ ਕੰਟਰੀ ਗਿਣਦੇ ਆ, ਯੂਰਪ ਯੂਨੀਅਨ ਦਾ ਮੈਂਬਰ ਆ ਨਾ ਰਮਾਨੀਆ। ਸਾਰੇ ਯੂਰਪ ਦੇ ਵਿੱਚੋਂ ਸਭ ਨਾਲੋਂ ਜ਼ਿਆਦਾ ਜਿਹੜੇ 1 ਨੰਬਰ ਦੇ ਉੱਤੇ ਕੰਟਰੀ ਆ ਉਹ ਰਮਾਨੀਆ ਵਾ, ਜਿਹਦੇ ਸਭ ਨਾਲੋਂ ਜ਼ਿਆਦਾ ਵੀਜ਼ੇ ਨਿਕਲਦੇ ਆ। ਇਹ ਬਾਕੀ ਇਹ ਤੋਂ ਥੱਲੇ ਹੀ ਆ, ਬਲਗਾਰੀਆ, ਕ੍ਰੋਏਸ਼ੀਆ, ਪੋਲੈਂਡ, ਹੰਗਰੀ ਵਗੈਰਾ ਸਭ ਤੋਂ ਥੱਲੇ ਆ। ਸਭ ਤੋਂ ਜ਼ਿਆਦਾ ਵੀਜ਼ੇ ਇੰਡੀਆ ਤੋਂ ਜਿਹੜੇ ਆ ਰਹੇ, ਇੰਡੀਆ ਪਾਕਿਸਤਾਨ ਤੋਂ, ਰਮਾਨੀਆ ਦੇ। ਰਮਾਨੀਆ ਸਭ ਨਾਲੋਂ ਜ਼ਿਆਦਾ ਵੀਜ਼ੇ ਦੇ ਰਿਹਾ ਵਰਕ ਪਰਮਿਟ। ਆਹ ਸਿਸਟਮ। ਬਾਕੀ ਵੀਡੀਓ ਬਹੁਤ ਲੰਬੀ ਹੋ ਗਈ ਆ, ਅਤੇ ਜੇ ਕੁਝ ਗਲਤ ਕਿਹਾ ਹੋਵੇ ਅਤੇ ਉਹਦੇ ਲਈ ਸੌਰੀ ਆ। ਬਾਕੀ ਭਾਜੀ ਹਰਨੇਕ ਸਿੰਘ ਦੀ ਜ਼ਰੂਰ ਸਪੋਰਟ ਕਰਿਓ, ਜ਼ਰੂਰ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਹੱਲਾਸ਼ੇਰੀ ਦਿਓ। ਅਤੇ ਕਿਉਂਕਿ ਬੰਦੇ ਨੂੰ ਜਦੋਂ ਬੰਦਾ ਟੁੱਟ ਜਾਂਦਾ ਫਿਰ ਹੀ ਬੰਦਾ ਪਿੱਛੇ ਹਟਦਾ ਕਿ ਯਾਰ ਹੈ ਨਾ,
ਮੈਂ ਇੰਨੀ ਲੋਕਾਂ ਦੀ ਹੈਲਪ ਕਰ ਰਿਹਾ ਜਾਂ ਇਦਾਂ ਕਰ ਰਿਹਾ, ਫਿਰ ਵੀ ਲੋਕੀ ਮੇਰੇ ਤੇ ਮੈਨੂੰ ਨੈਗੇਟਿਵ ਦੱਸ ਰਹੇ ਆ ਜੀ ਉਹ। ਸੋ ਇਹ ਸੀਗੀ ਅੱਜ ਦੀ ਵੀਡੀਓ। ਜੇ ਚੰਗੀ ਲੱਗੀ ਆ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਸੋ ਧੰਨਵਾਦ ਜੀ ਸਾਰਿਆਂ ਦਾ, ਥੈਂਕ ਯੂ।